अस्सलामुअलैकुम। प्रोग्राम तफ्तीशी के साथ मैं हूं सलमान कुरैशी। नाजरीन, आज हम मौजूद हैं जिला कसूर के गांव मीर मोहम्मद सत्तोगी में, जहां पर 20 साल कबल एक खूनी दुश्मनी का आगाज हुआ। मुनीर भट्टी ग्रुप और अयूब भट्टी ग्रुप में ये दुश्मनी जब शुरू हुई तो देखते ही देखते 29 अफराद की जिंदगियां निकल गई। इस दुश्मनी का अंजाम क्या हुआ ये आपको बताते हैं। सबसे पहले रुख करते हैं मुनीर भट्टी ग्रुप की जानिब और उन्हीं की जुबानी जानते हैं इस दुश्मनी की दास्तान। जी नाजरीन, हम इस वक्त मौजूद हैं ज़िला कसूर के गांव मीर मोहम्मद सत्तो की, जहां पर खूनी दुश्मनी, जो आपसी दुश्मनी थी, रिश्तेदारों में दुश्मनी थी, भट्टी बरादरी में बड़ी मशहूर जाने जाने वाली दुश्मनी, जो 29 लोगों की जान ले गई, निगल गई जान, और कई बच्चे जो हैं वो यतीम हो गए, कई ख़वातीन बेवा हो गई। ये दुश्मनी शुरू कैसे हुई, ये तफसीलात जानने के लिए मुनीर भट्टी साहब, जो मुनीर भट्टी ग्रुप है, उनके बेटे इरफान भट्टी साहब और उनके भाई शौकत भट्टी हमारे साथ मौजूद हैं। उनसे जानते हैं। बहुत शुक्रिया भट्टी साहब, वक्त दिता तुसी। भट्टी साहब, ये दुश्मनी का आगाज़ कदों होया? तकरीबन 2000 ਦੇ ਵਿੱਚ ਜਿਹੜਾ ਹੈਗਾ ਹੈ, ਉਹ ਪਹਿਲਾਂ ਸਾਡਾ ਚਾਚਾ ਜੀ ਸਨ, ਉਹ ਮਰਡਰ ਹੋਏ। ਦੁੱਧ ਦਾ ਕਾਰੋਬਾਰ ਕਰਦੇ ਸਨ। ਕੀ ਨਾਮ ਸੀ? ਮੁਬਾਰਕ ਉਰਫ ਮਾਖਾ। ਅੱਛਾ ਜੀ। ਤੇ ਉੱਥੋਂ ਫਿਰ ਇਹ ਕੰਮ ਵੱਧਦਾ ਜਿਹੜਾ ਹੈਗਾ ਹੈ, ਉਹ ਤਕਰੀਬਨ 29 ਲੋਕਾਂ ਦੀ ਜਾਨ ਲੈ ਗਿਆ। ਨਹੀਂ, ਇਹ ਮੁਬਾਰਕ ਉਰਫ ਮਾਖਾ ਸਾਹਿਬ ਨੂੰ ਕਿੰਨੇ ਮਰਡਰ ਕੀਤਾ? ਇਹ ਉਦੋਂ ਹੈ ਸੀ ਜੀ ਮਸ਼ਕੂਰ ਉਰਫ ਭੁਨੀ ਵਗੈਰਾ ਗਰੁੱਪ ਸੀ, ਅਯੂਬ ਗਰੁੱਪ ਸੀ। ਅੱਛਾ। ਉਹ ਤਕਰੀਬਨ ਕੋਈ 6 ਤੋਂ 7 ਅਫਰਾਦ ਸਨ। ਉਹਦਾ ਨਤੀਜਾ ਇਹ ਨਿਕਲਿਆ ਕਿ ਤਨਾਜ਼ਾ ਕੀ ਸੀ? ਤਨਾਜ਼ਾ ਕੋਈ ਵੀ ਨਹੀਂ, ਅਨਾਹ ਦਾ ਮਸਲਾ ਸੀ, ਸਿਰਫ ਚੁਦਰਾਹਟ ਦਾ। ਹੋਰ ਕੋਈ ਐਸਾ ਇਸ਼ੂ ਨਹੀਂ, ਕੋਈ ਜ਼ਮੀਨ ਦਾ ਨਹੀਂ, ਕੋਈ ਔਰਤ ਦਾ ਨਹੀਂ। ਇੱਕ ਮੇਨ ਇਸ਼ੂ ਹੁੰਦਾ ਹੈ ਵੀ ਬੰਦਾ ਵੀ ਕਿਸੇ ਚੀਜ਼ ਤੋਂ ਲੜਦਾ ਹੈ, ਚੁਦਰਾਹਟ ਹੀ, ਸਿਰਫ ਚੁਦਰਾਹਟ। ਕੋਈ ਐਸਾ ਮਸਲਾ ਨਹੀਂ ਸੀ ਕਿਸੇ ਦੋ ਗਰੁੱਪਾਂ 'ਚ। ਔਰ ਰਿਸ਼ਤੇਦਾਰ ਵੀ ਆਪਸ ਵਿੱਚ ਕਲੋਜ਼ ਰਿਸ਼ਤੇਦਾਰੀ। ਅੱਛਾ। ਇੱਕ ਜਿਹੜਾ ਯਾਨੀ ਕਿ ਜਿਹੜਾ ਮੁਬਾਰਕ ਸੀ, ਮਾਖਾ ਸੀ ਜਿਹੜਾ, ਉਹ ਮੇਰੇ ਵਾਲਦ ਸਾਹਿਬ ਦਾ ਹੈ ਸੀ, ਪੁੱਫੀ ਦਾ ਬੇਟਾ। ਜਿਹੜੇ ਦੂਸਰੇ ਸਨ ਉਹ ਚਾਚਾ ਦੇ ਬੇਟੇ ਸਨ। ਅੱਛਾ। ਔਰ ਮੇਰੇ ਵਾਲਦ ਸਾਹਿਬ ਜਿਹੜੇ ਹੈਗੇ ਸਨ, ਉਹ ਆਪਣਾ ਕਾਰੋਬਾਰ ਵਗੈਰਾ ਕਰਦੇ ਸਨ। ਲੇਕਿਨ ਮਸ਼ਹੂਰ ਤੇ ਮੁਨੀਰ ਭੱਟੀ ਗਰੁੱਪ ਦੀ ਵਜ੍ਹਾ ਤੋਂ ਦੁਸ਼ਮਣੀ ਜਾਣੀ ਜਾਂਦੀ। ਹਾਂਜੀ ਬਿਲਕੁਲ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਵੱਡੇ ਸੀ ਜੀ, ਵਾਲਦ ਸਾਹਿਬ ਵੱਡੇ ਸਨ ਮੁਬਾਰਕ ਤੋਂ ਬਾਅਦ, ਮਾਖੇ ਤੋਂ ਬਾਅਦ। ਤੇ ਉਹਨਾਂ ਨੇ ਇਹਨਾਂ ਦੋ ਗਰੁੱਪਾਂ ਦੀ ਸੁਲ੍ਹਾ ਕਰਵਾਤੀ ਵੀ ਇੱਕ ਮੇਰੀ ਪੁੱਫੀ ਦਾ ਬੇਟਾ ਹੈ। ਪਹਿਲੇ ਸੁਲ੍ਹਾ ਕਰਵਾਤੀ? ਜੀ ਸੁਲ੍ਹਾ ਕਰਵਾ ਦਿੱਤੀ। ਇੱਕ ਮੁਬਾਰਕ ਉਰਫ ਮਾਖੇ ਤੇ ਮਰਡਰ ਤੋਂ ਬਾਅਦ? ਹਾਂਜੀ। ਉਹਨਾਂ ਤੋਂ ਬਾਅਦ ਚਾਚਾ ਜੀ ਹਰਿਆਂ ਦੀ, ਅਸੀਂ ਤਾਂ ਛੋਟੇ ਛੋਟੇ ਸਾਂ। ਅੱਛਾ। ਸਾਨੂੰ ਤਾਂ ਨਹੀਂ ਸੀ ਇੰਨਾ। ਤੇ ਉਹ ਜਦੋਂ ਸੁਲ੍ਹਾ ਕਰਵਾ ਦਿੱਤੀ ਤੇ ਤਕਰੀਬਨ 3 ਬੰਦੇ ਮਰੇ ਸਨ ਉਹਨਾਂ ਦੇ। ਤਿੰਨ ਬੰਦੇ ਉਹਨਾਂ ਦੇ ਯਾਨੀ ਕਿ ਮੌਕੇ ਤੇ ਜਦੋਂ ਯਾਨੀ ਕਿ ਮਾਖਾ ਮਰਿਆ, ਨਾਲ ਹੀ 3 ਬੰਦੇ ਉਹਨਾਂ ਦੇ ਮਰ ਗਏ। ਅੱਛਾ, ਬਦਲਾ ਫੌਰੀ ਲੈ ਲਿਆ? ਹਾਂਜੀ, ਬਦਲਾ ਫੌਰੀ ਹੋ ਗਿਆ। ਅੱਛਾ। ਦੋ ਗਰੁੱਪਾਂ ਦਾ ਯਾਨੀ ਕਿ ਉਧਰ ਵੀ ਨੁਕਸਾਨ ਹੋ ਗਿਆ, ਉਧਰੋਂ ਵੀ ਹੋ ਗਿਆ। ਠੀਕ ਹੋ ਗਿਆ। ਉਹ ਵਾਲਦ ਸਾਹਿਬ ਨੇ ਐਫਰਟ ਕੀਤੀ ਵੀ ਮੈਂ ਜਿਹੜਾ ਹੈਗਾ ਵੀ ਮੇਰੇ ਤੁਸੀਂ ਦੋਵੇਂ ਘਰ ਜਿਹੜੇ ਹੈਗੇ ਜੇ ਮੇਰੇ ਅਜ਼ੀਜ਼ ਜੇ, ਤੇ ਆਪਾਂ ਕੰਮ ਅੱਗੇ ਨਹੀਂ ਵਧਾਉਣ ਦੇਗੇ, ਆਪਾਂ ਸੁਲ੍ਹਾ ਕਰ ਲੈਂਦੇ ਹਾਂ। ਠੀਕ ਹੈ। ਉਹਨਾਂ ਨੇ ਸੁਲ੍ਹਾ ਕਰਵਾ ਦਿੱਤੀ। ਉਹ ਸੁਲ੍ਹਾ ਤੋਂ ਬਾਅਦ ਜਿਹੜਾ ਹੈਗਾ ਸੀ, ਉਹ ਛੋਟੀਆਂ ਛੋਟੀਆਂ ਸ਼ਾਖਾਂ ਜਿਹੜੀਆਂ ਹੈ ਨੇ, ਉਹ ਜਿਨ੍ਹਾਂ ਦੇ ਯਾਨੀ ਕਿ ਇਹ ਫੁੱਫੋ ਦੇ ਬੇਟੇ ਸਨ, ਉਹ ਚਾਚਾ ਜੀ ਦੇ ਬੇਟਾ ਸਨ, ਉਹ ਕਹਿੰਦੇ ਸਨ ਤੁਸੀਂ ਉਹਨਾਂ ਦੀ ਸਾਈਡ ਲੈਂਦੇ ਜੋ, ਕਹਿੰਦੇ ਸਨ ਉਹਨਾਂ ਦੀ ਸਾਈਡ ਲੈਂਦੇ ਜੀ। ਕੋਈ ਵੀ ਨਹੀਂ, ਕੋਈ ਵੱਡੀ ਗੱਲ ਵੀ ਕੋਈ ਨਹੀਂ ਸੀ। ਉਹ ਵਾਲਦ ਸਾਹਿਬ ਜਾ ਰਹੇ ਸਨ ਕਸੂਰ ਨੂੰ, ਤੇ ਉਹ ਉਹਨਾਂ ਤੇ ਅਟੈਕ ਕਰ ਦਿੱਤਾ ਗਿਆ। ਇਹ ਕਿਹੜੇ ਸੰਨ ਦੀ ਗੱਲ ਹੈ? ਇਹ ਤਕਰੀਬਨ 2005 ਦੀ ਗੱਲ ਹੈ। ਅੱਛਾ, 2005 ਦੇ ਵਿੱਚ। ਅੱਛਾ, 5 ਸਾਲ ਹੋ ਗਏ ਸੀ ਦੁਸ਼ਮਣੀ ਨੂੰ? ਜੀ। ਠੀਕ ਹੈ। ਸੁਲ੍ਹਾ ਹੋਣ ਤੋਂ ਬਾਅਦ ਯਾਨੀ ਕਿ 2-3 ਸਾਲ ਅਮਨ ਰਿਹਾ ਹੈ। ਅੱਛਾ, ਸੁਲ੍ਹਾ ਹੋ ਗਈ? ਸੁਲ੍ਹਾ ਹੋ ਗਈ। ਸੁਲ੍ਹਾ ਹੋਣ ਤੋਂ ਬਾਅਦ ਹੋਇਆ? ਜੀ 2-3 ਸਾਲ ਅਮਨ ਰਿਹਾ ਹੈ। ਅਮਨ ਤੋਂ ਬਾਅਦ ਫਿਰ ਯਾਨੀ ਕਿ ਉਹ ਜਾ ਰਹੇ ਸਨ, ਪਤਾ ਹੀ ਨਹੀਂ ਸੀ ਹੈ, ਉਹ ਤਾਂ ਫ੍ਰੀ ਹੈਂਡ ਸਨ, ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਸੀਗਾ, ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਉਹ ਜਦੋਂ ਤਕਰੀਬਨ ਅਟੈਕ ਹੋਇਆ ਉਹਨਾਂ ਤੇ, ਉਹ 3 ਬੰਦੇ ਨਾਲ ਸਨ, ਉਹ ਮੌਕੇ ਤੇ ਮਰ ਗਏ। ਅੱਛਾ। ਵਾਲਦ ਸਾਹਿਬ ਜਿਹੜੇ ਹੈਗੇ ਸਨ ਉਹ ਬਚ ਗਏ। ਅਯੂਬ ਭੱਟੀ ਸਾਹਿਬ ਗਰੁੱਪ ਵੱਲੋਂ ਹੀ ਹੋਇਆ? ਜੀ। ਅੱਛਾ। ਉਹ ਜਦੋਂ ਮੌਕੇ ਤੇ ਮਰ ਜਾਂਦੇ ਨੇ, ਉਦੋਂ ਬਾਅਦ ਫਿਰ ਤਕਰੀਬਨ ਅਸੀਂ ਉਹਨਾਂ ਦੇ ਪਰਚੇ ਵਗੈਰਾ ਕਰਵਾ ਦਿੱਤੇ। ਉਹ ਫਿਰ ਕੰਮ ਚੱਲਦਾ ਉਹ ਫਿਰ ਬੰਦੇ ਕੋ 3 ਸੁਲ੍ਹਾ ਹੋਣ ਤੋਂ ਬਾਅਦ? ਜੀ ਸੁਲ੍ਹਾ ਹੋਣ ਤੋਂ ਬਾਅਦ। ਅੱਛਾ। ਇੱਕ ਦਫਾ ਉਹਨਾਂ ਦੇ ਅੱਡੇ 'ਚ 3 ਬੰਦੇ ਮਰ ਗਏ। ਇਸ ਤਰ੍ਹਾਂ ਕਦੀ 2 ਕਦੀ 3, ਕਦੀ ਉਸ ਗਰੁੱਪ 'ਚੋਂ ਕਦੀ ਉਸ ਗਰੁੱਪ 'ਚੋਂ, ਇਹ ਸਿਲਸਿਲਾ ਚੱਲਦਾ ਰਿਹਾ। ਦੁਬਾਰਾ ਫਿਰ ਤਕਰੀਬਨ ਅਟੈਕ ਹੋਇਆ ਵਾਲਦ ਸਾਹਿਬ ਤੇ। ਉਹਦੇ ਵਿੱਚ ਯਾਨੀ ਕਿ 2 ਗੱਡੀਆਂ ਤੇ ਜਾ ਰਹੇ ਸਨ, ਤਰੀਕ ਤੋਂ ਵਾਪਸ ਆ ਰਹੇ ਸਨ। ਕਿਹੜੀ ਜਗ੍ਹਾ ਤੇ ਹੋਇਆ? ਜੀ ਕਸੂਰ ਤੋਂ ਰੈਵਿਨ ਰੋਡ ਤੇ। ਕਸੂਰ ਤੋਂ ਰੈਵਿਨ ਰੋਡ ਤੇ ਜਦੋਂ ਵਾਪਸ ਆ ਰਹੇ ਸਨ, ਦੂਸਰਾ ਅਟੈਕ ਦੁਬਾਰਾ ਫਿਰ ਹੋ ਗਿਆ। ਉਹ ਫਿਰ ਜਿਹੜੇ ਨਾਲ ਬੰਦੇ ਸਨ, ਤਕਰੀਬਨ 4 ਬੰਦੇ ਫਿਰ ਮਰਡਰ ਹੋ ਗਏ। ਉਹਨਾਂ ਦੀ ਯਾਨੀ ਕਿ ਆਪਣੀ ਜ਼ਿੰਦਗੀ ਵਧਾਈ ਸੀ, ਉਹ ਫਿਰ ਬਚ ਗਏ। ਤੇ ਬਸ ਉਦੋਂ ਬਾਅਦ ਫਿਰ ਉਹ ਹੁਣ ਬਿਮਾਰ ਹੋ ਗਏ।
ਜਿਹੜੇ ਦੂਸਰੇ ਬੰਦੇ ਸਨ, ਕੁਝ ਸਾਡੇ ਜਿਹੜੇ ਹੈ ਸਨ ਉਹ ਸਜ਼ਾਏ ਮੌਤ ਹੋ ਗਏ, ਕੁਝ ਉਹਨਾਂ ਦੇ ਬੰਦੇ ਸਨ ਜਿਹੜੇ ਉਹ ਸਜ਼ਾਏ ਮੌਤ ਹੋ ਗਏ। ਅੱਛਾ। ਤੇ ਉਹ ਫਿਰ ਮਲਕ ਮਨਜ਼ੂਰ ਸਾਹਿਬ ਦੀ ਕਾਵਿਸ਼ ਸੀ, ਉਹ ਵਾਲਦ ਸਾਹਿਬ ਕੋਲ ਆਏ ਵੀ ਇਹ ਕਾਫੀ ਦੇਰ ਹੋ ਗਈ ਹੈ, ਤੁਸੀਂ ਇੰਨੇ ਬੰਦੇ ਮਾਰ ਗਏ ਨੇ, ਤੁਹਾਡੇ ਮਾਰ ਗਏ ਨੇ, ਉਹਨਾਂ ਦੇ ਮਾਰ ਗਏ ਨੇ, ਤੁਸੀਂ ਦੋਵੇਂ ਮੇਰੇ ਅਜ਼ੀਜ਼ਦਾਰ ਜੀ, ਤੇ ਆਪਾਂ ਸੁਲ੍ਹਾ ਕਰੀਏ। ਉਹ ਬਸ ਉਹ ਸੁਲ੍ਹਾ ਹੁੰਦੀ ਮਲਕ ਸਾਹਿਬ ਆਏ ਤੇ ਸੁਲ੍ਹਾ ਹੋ ਗਈ। ਤੇ ਲੜਾਈ ਦੇ ਪਿੱਛੇ ਸਿਰਫ ਚੌਧਰ ਸੀ, ਚੌਧਰ, ਹੋਰ ਕੋਈ ਮੇਨ ਇਸ਼ੂ ਨਹੀਂ ਸੀ। ਜ਼ਮੀਨ ਦਾ ਤਨਾਜ਼ਾ ਨਹੀਂ, ਕੋਈ ਐਸਾ ਇਸ਼ੂ ਨਹੀਂ ਸੀ, ਕੋਈ ਜਾਇਦਾਦ ਵਗੈਰਾ ਜਾਂ ਕੋਈ ਜ਼ਮੀਨ ਵਗੈਰਾ, ਸਿਰਫ ਚੌਧਰਾਹਟ ਦਾ। ਕੀ ਵੇਖਿਆ ਇਸ ਦੁਸ਼ਮਣਦਾਰੀ ਦੇ ਵਿੱਚ ਤੁਸੀਂ? ਦੇਖਣਾ ਕੀ ਹੈ ਭਈਆ ਜੀ, ਯਾਨੀ ਕਿ ਨੀਂਦਾਂ ਜਿਹੜੀਆਂ ਹੈਗੀਆਂ ਨੇ ਉੱਡ ਜਾਂਦੀਆਂ ਨੇ, ਰਾਤ ਨੂੰ ਬੰਦਾ ਜ਼ਲੀਲ ਹੁੰਦਾ ਹੈ, ਕਿਸੇ ਬੱਚੇ ਨਾਲ ਕਿਤੇ ਬੰਦਾ ਜਾ ਨਹੀਂ ਸਕਦਾ ਹੈਗਾ। ਦੇਖੋ ਨਾ, ਕਿ ਜਿਸ ਤਰ੍ਹਾਂ ਤੁਸੀਂ ਆਮ ਰੂਟੀਨ 'ਚ ਫਿਰਦੇ ਪਏ ਜੇ, ਤੇ ਅਸੀਂ ਤਾਂ ਯਾਨੀ ਕਿ ਘਰ ਗੁੰਮਸੁੰਮ ਹੀ ਰਹਿਣਾ, ਕਿਤੇ ਜਾ ਨਹੀਂ ਸਕਦੇ, ਕਿਤੇ ਆ ਨਹੀਂ ਸਕਦੇ ਹੈਗੇ। ਜਾਣਾ ਤੇ ਫਿਰ ਰੈਫਲਾਂ ਤੇ ਬੰਦੇ ਨਹੀਂ ਜੀ, ਇਹਨਾਂ ਯਾਨੀ ਕਿ ਐਫਰਟ ਕਰੀਦੀ ਨਹੀਂ ਸੀ, ਬਾਹਰ ਘਰ ਵਾਲੇ ਨਿਕਲਣ ਦਿੰਦੇ ਹੀ ਨਹੀਂ। ਅਗਰ ਕੋਈ ਜਦੋਂ ਬੜੀ ਮਜਬੂਰੀ ਹੁੰਦੀ ਏ ਤੇ ਉੱਥੇ ਭੇਜਣ ਬੰਦਿਆਂ ਦੇ ਨਾਲ ਹੀ, ਗਨਮੈਨਾਂ ਦੇ ਨਾਲ ਹੀ ਜਾਣਾ। ਤੇ ਉਹ 24 ਘੰਟੇ ਯਾਨੀ ਕਿ ਤੁਸੀਂ ਆਪ ਦਾ ਦੇਖੋ ਨਾ, ਵੀ ਮਰ ਕੇ ਹੀ ਰਹਿਣਾ ਨਾ। ਹਾਂ, ਮਤਲਬ ਹੁਣ ਅਟੈਕ ਹੋਇਆ ਜਾਂ ਹੁਣ ਇਹੀ ਲੱਗਾ ਰਹਿੰਦਾ, ਧੱਚਕਾ ਹੀ ਲੱਗਾ ਰਹਿੰਦਾ, ਨਾਲ ਬੱਚੇ ਹੋਣ, ਫੈਮਿਲੀ ਹੋਣ। ਜੀ ਫੈਮਿਲੀ ਦਾ ਤਸੱਵਰ ਹੀ ਨਹੀਂ ਨਾ ਕਰ ਸਕਦੇ, ਫੈਮਿਲੀ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਟੁਰ ਸਕਦੇ? ਫੈਮਿਲੀ ਦਾ ਤਸੱਵਰ। ਦੁਸ਼ਮਣਦਾਰੀ ਚ ਫੈਮਿਲੀ ਵੀ ਟਾਰਗੇਟ ਹੋਈ, ਮਤਲਬ ਕੋਈ ਖਵਾਤੀਨ ਬੱਚੇ ਵੀ ਇਹਦੇ ਵਿੱਚ? ਖਵਾਤੀਨ ਵਗੈਰਾ ਕੋਈ ਨਹੀਂ ਟਾਰਗੇਟ ਹੋਏ, ਬੰਦੇ ਹੀ ਹੁੰਦੇ ਰਹੇ ਨੇ ਉਧਰੋਂ ਵੀ ਤੇ ਉਧਰੋਂ ਵੀ, ਬਸ ਜਿਹਨਾਂ ਦੀ ਆਪਸ ਚ ਦੁਸ਼ਮਣੀ ਸੀ ਉਹਨਾਂ ਨੂੰ ਕਰਦੇ। ਹਾਂਜੀ, ਉਹਦੇ ਰਿਸ਼ਤੇਦਾਰ ਵੀ ਬਿਲਕੁਲ ਕਲੋਜ਼ ਰਿਸ਼ਤੇਦਾਰੀ ਸੀ ਜੀ, ਬੜੀ ਕੋ। ਤੇ ਘਰ ਕਿੰਨੇ ਫਾਸਲੇ ਦੇ ਉੱਤੇ ਸੀ? ਬਿਲਕੁਲ ਨਜ਼ਦੀਕ ਜੀ, ਘਰ ਦੇ ਨਾਲ ਘਰ ਦੇ ਨਾਲ। ਤੇ ਕਿੰਜ ਮਤਲਬ ਗੁਜ਼ਾਰਾ ਘਰ ਦੇ ਉੱਤੇ ਵੀ? ਬਸ ਉਹ ਯਾਨੀ ਕਿ ਜੇ ਉਹਨਾਂ ਦੇ ਮਰਡਰ ਹੋ ਗਏ ਨੇ, ਘਰ ਚ ਕਦੀ ਅਟੈਕ ਹੋਇਆ? ਨਹੀਂ, ਬਾਹਰ ਹੀ ਹੋਇਆ ਅਟੈਕ ਜਿਹੜੇ ਹੈਗੇ ਨੇ ਉਹ ਬਾਹਰ ਹੀ ਹੁੰਦੇ ਨੇ, ਘਰ ਨਹੀਂ ਕਦੀ ਜੀ। ਕਿਉਂਕਿ ਜਿਹੜਾ ਦੂਸਰਾ ਗਰੁੱਪ ਸੀ ਉਹ ਫਿਰ ਆਪਣੇ ਘਰ ਵਗੈਰਾ ਛੱਡ ਕੇ ਉਹ ਇੱਥੋਂ ਸ਼ਿਫਟ ਹੋ ਗਏ ਸਨ, ਲਾਹੌਰ ਕੋਈ ਚਲੇ ਗਏ, ਕੋਈ ਰੈਵਨ ਚਲੇ ਗਏ, ਉਹ ਇਸ ਤਰ੍ਹਾਂ ਯਾਨੀ ਕਿ ਸਾਈਡਾਂ ਤੇ ਦੂਰ ਜੀ ਦੂਰ ਇੱਕ ਦੂਸਰੇ। ਤੇ ਕਿੰਨੇ ਕ ਬੰਦੇ ਐ ਇਸ ਦੁਸ਼ਮਣੀ ਇਹ ਤਕਰੀਬਨ ਜੀ 29 ਬੰਦਿਆਂ ਦੀ ਜਾਨ ਲੈ ਗਏ। 29 ਬੰਦੇ ਦੋਨੋਂ ਗਰੁੱਪਾਂ ਜੀ, ਦੋਨੋਂ ਗਰੁੱਪਾਂ ਚ। ਮਤਲਬ ਤੁਹਾਡੇ ਆਪਣੇ ਹੀ ਆ 29 ਲੋਕ? ਜੀ ਸਾਰੇ ਆਪਣੇ, ਕੋਈ ਸਾਡਾ ਚਾਚਾ ਹੈ, ਕੋਈ ਮਾਮਾ ਹੈ, ਕੋਈ ਸਾਡਾ ਕਜ਼ਨ है। बड़ा नुकसान हो गया इस दुश्मनी? जी जानी नुकसान तो होगा, एक जान का ज़िया नहीं कर सकते। तो 29 बंदे 29 बंदे, और वो भी बहुत कम टाइम दे विच? जी तकरीबन 9 साल में, सिर्फ 9? 2000 में शुरू हुई और 2009 तक जो है 29 बंदे जो हैं। अच्छा पट्टी साहब, तुसी ते काफ़ी मतलब उम्र तुहाडी वड्डी है, तुहानू की आइडिया किस तरह है दुश्मनी दा आगाज़ होया? सर मेरा नाम शौकत है, मुबारक दा मैं भाई हाँ। मुबारक जिथों दुश्मनी शुरू हुई? दुश्मनी शुरू हुई। अच्छा एक ना तो दुश्मनी शुरू हुई है, ਉਹਦਾ ਦੁੱਧ ਦਾ ਕਾਰੋਬਾਰ ਸੀ। ਅੱਛਾ, ਤੁਹਾਡੇ ਭਾਈ ਦਾ? ਸਾਡੇ ਭਾਈ, ਵੱਡੇ ਭਾਈ। ਹਾਂਜੀ, ਉਹ ਖਾਂਦਾ ਪੀਂਦਾ ਸੀ, ਦੂਜੇ ਥੋੜੇ ਜਿਹੇ ਹੌਲੇ ਲਾ ਲਓ। ਉਹਨਾਂ ਨੂੰ ਇਹ ਸੀ ਦਾਵਤ ਵੀ ਇਹ ਸਾਡੇ ਵਿੱਚ ਉੱਠ ਕੇ ਐਡਾ ਚੌਧਰੀ ਕਿੱਧਰ ਬਣਦਾ ਪਿਆ। ਸਵੇਰ ਦਾ ਟਾਈਮ ਸੀ, ਕੋਈ ਐਸੀ ਦਾਵਤ ਵੀ ਨਹੀਂ ਸੀਗੀ। 6 ਵਜੇ ਦਾ ਟਾਈਮ ਸੀ, ਦੁੱਧ ਚੁਆ ਕੇ ਗੱਡੀ ਤੇ ਰੱਖਣ ਲੱਗਾ ਹੈ। 4-5 ਜਣੇ ਆਏ ਨੇ ਕੋਲੋਂ, ਰੋਜ਼ ਦਾ ਰਸਤੇ ਦੇ ਵਿੱਚ ਲੰਘਦੇ ਪਾਉਂਦੇ, ਕੋਈ ਦੁਸ਼ਮਣੀ ਦਾ ਲੈਵਲ ਹੀ ਨਹੀਂ ਸੀਗਾ। ਉਹਨਾਂ ਦੇ ਪਿਸਟਲ ਦੇ ਉਹਨੂੰ 2 ਫਾਇਰ ਮਾਰੇ ਨੇ, ਉਹ ਮੌਕੇ ਤੇ ਡੈਥ ਹੋ ਗਈ। ਰਿਸ਼ਤੇਦਾਰੀ ਜਿਹੜੇ ਹੈਗੇ ਸੀ? ਮਾਮੇ ਦੇ ਬੇਟੇ ਨੇ ਕਿੰਨਾ ਮਾਰਿਆ। ਅੱਛਾ, ਕੋਈ ਤਲਕ ਕਲਾਮੀ ਵੀ ਨਹੀਂ ਹੋਈ ਪਹਿਲੇ? ਹਾਂਜੀ, ਕੋਈ ਇਸ ਤਰ੍ਹਾਂ ਦਾ ਇਸ਼ੂ ਹੀ ਨਹੀਂ ਹੁੰਦਾ ਸਰ। ਕੋਈ ਥੋੜਾ ਬਸ ਉਹ ਜਿਹੜੀ ਰੰਜਿਸ਼ ਹੋਈ ਉਹ ਦਿਲ 'ਚ ਰੱਖ ਲਈ ਸੀ। ਉਹ ਫਾਇਰਿੰਗ ਦਾ ਆਵਾਜ਼ ਸੁਣਿਆ ਤੇ ਮੈਂ ਨੱਸ ਕੇ ਆਇਆ, ਔਰ ਰਸਤੇ 'ਚ ਪਤਾ ਲੱਗਾ ਵੀ ਤੇਰਾ ਭਾਈ ਮੌਕੇ ਤੇ ਕਤਲ ਹੋ ਗਿਆ। ਅੱਛਾ। ਮੈਂ ਪਿਛਾੜ ਕੇ ਰਾਈਫਲ ਫੜੀ, ਮੌਕੇ ਤੇ ਆਇਆ, ਭਾਈ ਆਦਿਆਂ ਨੂੰ ਮਸਾਲੇ ਸਾਥ ਦੇ ਦਿੱਤੇ ਨੇ, ਉਹ ਨੱਸ ਉੱਠੇ ਨੇ। ਉਹਨਾਂ ਦਾ ਪਤਾ ਲੱਗਾ ਵੀ ਫਲਾਣੇ ਘਰ ਜਾ ਕੇ ਵੜੇ ਨੇ। ਉੱਥੇ ਜਾ ਕੇ ਮੌਕੇ ਤੇ ਮੈਂ ਮਸਾਲੇ 2 ਬੰਦੇ ਉਹਨਾਂ ਨੇ ਮਾਰੇ ਨੇ। ਉਹ ਬਾਹਰ ਨਿਕਲਣ ਲੱਗਿਆ ਨੇ, ਉਹਨਾਂ ਵਾਈ ਫਾਇਰਿੰਗ ਕੀਤੀ। ਇੱਕ ਨਾਲ ਦਾ ਬੰਦਾ ਨਾ ਲਹਿਦਾ ਹੀ ਗਰੁੱਪ ਦਾ, ਉਹ ਫੌਤ ਹੋ ਗਿਆ। ਅੱਛਾ। ਉਹ ਬਾਕੀ ਮਸਾਲੇ 1-2 ਨੱਸ ਗਏ ਨੇ। ਮੈਂ ਵੀ ਫਰਾਰ ਹੋ ਗਿਆ, ਪੁਲਿਸ ਤੋਂ ਉਹ ਵੀ ਹੋ ਗਏ ਨੇ। ਹਾਜੀ ਮਨੀਰ ਸਾਹਿਬ ਪਏ ਨੇ, ਇਹਨਾਂ ਭਾਈਚਾਰੋ ਕਰਕੇ ਤੇ ਇਹਨਾਂ ਸੁਲ੍ਹਾ ਕਰਵਾ ਦਿੱਤੀ। ਉਹਨਾਂ ਵੀ ਗ੍ਰਿਫਤਾਰੀ ਦੇ ਦਿੱਤੀ, ਮੈਂ ਨਹੀਂ ਦਿੱਤੀ। ਦੂਸਰੇ ਮੇਰੇ ਜਿਹੜੇ ਪਰਚੇ ਹੋਏ ਸੀ ਉਹਨਾਂ ਗ੍ਰਿਫਤਾਰੀ ਦੇ ਦਿੱਤੀ। ਇਹ ਉਸ ਟਾਈਮ ਹੀ ਸੁਲ੍ਹਾ ਦੀ ਗੱਲ ਕਰ ਰਹੇ ਹੋ? ਉਹ ਵਾਲੀ ਪਹਿਲੀ ਸੁਲ੍ਹਾ? ਅੱਛਾ। ਕਿਸੇ ਵੇਲੇ ਗ੍ਰਿਫਤਾਰੀ ਦੇਣ ਤੋਂ ਬਾਅਦ ਮਸਾਲੇ ਹਾਜੀ ਮਨੀਰ ਸਾਹਿਬ ਨੇ ਸੁਲ੍ਹਾ ਕਰਵਾ ਦਿੱਤੀ। ਹਾਜੀ ਮਨੀਰ ਸਾਹਿਬ ਨੇ ਸੁਲ੍ਹਾ ਕਰਵਾਈ ਨੂੰ ਕੋਈ ਤਕਰੀਬਨ 2 ਸਾਲ ਹੋ ਗਏ ਸੀ। ਅਸੀਂ ਅਮਨ ਸਕੂਨ ਦੇ ਵਿੱਚ ਫਿਰਦੇ ਸਾਂ। ਹਾਜੀ ਮਨੀਰ ਸਾਹਿਬ ਤੇ ਉਹਨਾਂ ਫਿਰ ਤੈਅ ਕੀਤਾ ਵੀ ਜੋ ਕੁਝ ਕਰਦਾ ਹੈ ਨਾ, ਇਹ ਹੀ ਕਰਦਾ ਹੈ। ਮਤਲਬ ਉਹਨਾਂ ਨੇ ਕਿਹਾ ਸਰਪ੍ਰਸਤੀ ਕਰਦਾ? ਅੱਛਾ। ਉਹ ਇੱਕ ਕਸੂਰ ਰੋਡ ਤੇ ਜਾ ਰਹੇ ਸੀ, ਇੱਕ ਇਹਨਾਂ ਦਾ ਮੁਨਸ਼ੀ ਸੀ, ਨਾਲ ਇੱਕ ਡਰਾਈਵਰ ਸੀ। ਉਹ ਕੋਈ 20-25 ਮੋਟਰਸਾਈਕਲਾਂ ਤੇ ਅੱਗੇ ਪਿੱਛੇ ਨਾਕੇ ਲੱਗੇ ਸੀ। ਉਹਨਾਂ ਨੇ ਫਾਇਰਿੰਗ ਕੀਤੀ, ਜਿਹੜੇ 2 ਮੌਕਿਆਂ ਦੇ ਬੰਦੇ ਮਰ ਗਏ।
ਉੱਥੇ ਹਾਜੀ ਮਨੀਰ ਸਾਹਿਬ ਬਚ ਗਏ। ਉਸ ਤੋਂ ਬਾਅਦ ਫਿਰ ਕੇਸ ਉਧਰ ਉਧਰ ਹੀ ਚੱਲਦੇ ਚਲਾਉਂਦੇ ਹਾਜੀ ਮਨੀਰ ਸਾਹਿਬ ਉਹਨਾਂ ਦੇ ਪਰਚੇ ਕਰਵਾ ਦਿੱਤੇ, ਕਿਉਂ ਸਾਡੀ ਤਾਂ ਪਹਿਲੇ ਹੀ ਸੁਲਾਹ ਹੋ ਗਈ ਸੀ। ਹਾਜੀ ਮਨੀਰ ਸਾਹਿਬ ਹੀ ਕਰਵਾਉਣੇ ਸੀ, ਉਹ ਮੇਰੇ ਮਾਮੂ ਦਾ ਬੇਟਾ ਸੀ, ਉਹਨੇ ਉਹਨਾਂ ਦੇ ਪਰਚੇ ਕਰਵਾ ਦਿੱਤੇ। ਪਰਚਿਆਂ ਇਹਨਾਂ ਦੇ ਵਾਲਦ ਸਾਹਿਬ? ਹਾਂਜੀ। ਅੱਛਾ। ਪਰਚਿਆਂ ਤੋਂ ਬਾਅਦ ਮਿਸਾਲ ਗੱਲ ਚੱਲਦੀ ਰਹੀ ਚਲਾਏ, ਫਿਰ ਮਿਸਾਲ ਕੁਝ ਸਾਲ 6 ਮਹੀਨੇ 2 ਸਾਲ ਪਏ ਤੇ ਹਾਜੀ ਮਨੀਰ ਸਾਹਿਬ ਕਸੂਰੂ ਵਾਪਸ ਆ ਰਹੇ ਤਰੀਕ ਤੋਂ, ਉਹਨਾਂ ਰਸਤੇ ਦੇ ਵਿੱਚ ਨਾਕਾ ਲਾਇਆ ਜੱਬੋ ਮੇਲ ਪੁਲ ਦੇ ਅਗਲੀ ਸਾਈਡ ਤੇ ਰੋਈ ਦੇ ਉੱਤੇ, ਉੱਥੇ ਗੁਫੀਆ ਲੋਕੇ ਖਲੋਦੇ। ਜਿਹੜੀ ਹਾਜੀ ਮਨੀਰ ਸਾਹਿਬ ਕਿਹੜੀ ਗੱਡੀ ਦੇ ਵਿੱਚ ਸੀ ਨਾ, ਉਹ ਗੱਡੀ ਦੇ ਵਿੱਚੋਂ ਰਾਹ ਦੇ ਵਿੱਚ ਆਉਂਦੇ ਉਹ ਸ਼ਿਫਟ ਹੋ ਗਿਆ ਸੀ, ਉਹ ਦੂਸਰੀ ਗੱਡੀ 'ਚ ਹੋ ਗਿਆ। ਉਸ ਗੱਡੀ ਤੇ ਪਹਿਲੇ ਅਟੈਕ ਹੋਇਆ ਹੈ, ਉਹਦੇ ਮੌਕੇ ਦੇ ਹੈਗੇ 3 ਬੰਦੇ ਉੱਥੇ ਮਿਸਾਲ ਗੱਡੀ ਵੀ ਤਬਾਹ ਹੋ ਗਈ, ਬੰਦੇ ਵੀ ਮਰ ਗਏ। ਬਾਅਦ ਦੇ ਵਿੱਚ ਦੂਸਰੀ ਗੱਡੀ ਉੱਤੇ ਹੀ ਆ ਗਈ ਤੇ ਹਾਜੀ ਮਨੀਰ ਸਾਹਿਬ ਦਾ ਅਟੈਕ ਹੁੰਦਾ ਪਿਆ, ਉਹਦੇ ਵਿੱਚੋਂ ਇੱਕ ਬੰਦਾ ਮਰਿਆ। ਹਾਜੀ ਮਨੀਰ ਦੀ ਗੱਡੀ ਕਿਆਰੇ ਜੇ ਥੱਲੇ ਗਈ ਚਲੀ, ਇਹ ਫਿਰ ਸਾਈਡ ਤੇ ਜਾ ਕੇ ਡਿੱਗ ਪਏ ਨੇ। ਇਹ ਉੱਥੇ ਉੱਧਰ ਹੀ ਫਾਇਰਿੰਗ ਕਰਦੇ ਰਹੇ ਨੇ। ਉਧਰੋਂ ਪੁਲਿਸ ਨੂੰ ਪਤਾ ਲੱਗਾ ਇਹ ਨੱਸ ਗਏ ਨੇ। ਉਹਦੇ ਵਿੱਚੋਂ ਅਜੇ ਤਿਕਰਾ ਬੰਦੇ ਇਸ਼ਤਿਹਾਰੀ ਵੀ ਨੇ, ਕੁਝ ਫੜੇ ਗਏ। ਸਾਡੇ ਵੀ ਪਰਚੇ ਹੋਏ ਬਾਅਦ ਦੇ ਵਿੱਚ, ਉਹਨਾਂ ਦੇ ਬੰਦੇ ਇੱਥੇ ਅੱਡੇ ਦੇ ਵਿੱਚ ਮਰੇ ਰਹਿ ਜੰਗ, ਉਹਦੇ ਵਿੱਚ ਵੀ ਸਾਡੇ ਪਰਚੇ ਹੋਏ। ਉਹ ਅਸੀਂ ਮਿਸਾਲ ਆਪਦੇ ਕੇਸ ਭੁਗਤ ਗਏ ਤੇ ਅਸੀਂ ਬਰੀ ਹੋ ਗਏ ਆ। ਹਾਜੀ ਮਨੀਰ ਸਾਹਿਬ ਥੋੜੇ ਜਿਹੇ ਫੜੇ ਗਏ ਸੀ ਤੁਸੀਂ? ਹਾਂਜੀ, ਅਸੀਂ ਵੀ ਫੜੀਜੇ ਰਹੇ। ਉਸ ਕਤਲਾਂ ਚੋਂ ਜਿਹੜੇ ਪਹਿਲੇ ਮਰਡਰ ਕੀਤੇ ਸੀ, ਜਿਹੜੇ ਪਹਿਲੇ ਹੋਏ ਸੀ, ਉਹ ਤੇ ਸੁਲ੍ਹਾ ਨਹੀਂ ਹੋ ਗਈ ਸੀ ਉਹਦੀ? ਪਹਿਲਿਆਂ ਦੇ ਵਿੱਚ ਸੁਲ੍ਹਾ ਹੋਈ ਨਾ, ਬਾਅਦ ਦੇ ਵਿੱਚ ਉਹਨਾਂ ਦੇ ਇੱਕ ਹੋਰ ਮਿਸਾਲ ਗਰੁੱਪ ਸੀ, ਉਹਨਾਂ ਨਾਲ ਉਹਨਾਂ ਦੀ ਦਾਵਤ ਬਣ ਗਈ। ਉਹਨਾਂ ਰੈਜੰਗ ਅੱਡੇ ਦੇ ਵਿੱਚ ਬੰਦੇ ਮਾਰੇ ਸੀ, ਉਹਦੇ ਵਿੱਚ ਵੀ ਉਹਨਾਂ ਮੇਨ ਪਰਚੇ ਸਾਡੇ ਹੀ ਕਰਵਾਏ ਸੀ। ਅੱਛਾ। ਉਹਦੇ ਵਿੱਚ ਆਣ ਕੇ ਤੇ ਹਾਜੀ ਮਨੀਰ ਸਾਹਿਬ ਮਿਸਾਲ ਹੈ ਕਿ ਇਸ ਵੇਲੇ ਹੁਣ ਚੋਖੇ ਬਿਮਾਰ ਹੋਏ ਨੇ ਨਾ, ਤੇ ਭੱਟੀ ਸਾਹਿਬ ਗਏ ਨੇ। ਇਹ ਸਾਡੇ ਭਾਂਜੇ ਨੇ, ਮੇਰਾ ਮਸੇਰ ਲੱਗਦਾ ਹੈ, ਹਾਜੀ ਮਨੀਰ ਦਾ ਭਾਂਜਾ ਹੈ ਮਲਕ ਮਨਜ਼ੂਰ। ਇਹਨਾਂ ਜਾ ਕੇ ਆਖਿਆ ਮਾਮੂ ਜੀ ਇੰਨਾ ਚਿਰ ਹੋ ਗਿਆ ਤੁਹਾਡੀ ਦੁਸ਼ਮਣੀ ਚੱਲਦੀ ਪਈ ਤੇ ਤੁਸੀਂ ਹੁਣ ਬਿਮਾਰ ਹੋ ਗਏ ਜੇ, ਤੇ ਮਗਰੋਂ ਨਿੱਕੇ ਨਿੱਕੇ ਬੱਚੇ ਨੇ ਤੇ ਤੁਸੀਂ ਦਫਾ ਕਰੋ ਪਰਾਂ ਇਸ ਗੱਲ ਨੂੰ। ਉਹਨਾਂ ਦੇ ਮੂੰਹ ਉਹ ਗੱਲ ਐਗਰੀ ਹੋ ਗਈ ਵੀ ਠੀਕ ਹੈ ਭੱਟੀ ਸਾਹਿਬ ਜੋ ਤੁਸੀਂ ਆਖੋਗੇ ਉਹ ਹੋ ਜਾਏਗਾ। ਉਹ ਮਗਰੋਂ ਚੋਖੇ ਬਿਮਾਰ ਹੋ ਗਏ। ਉਹਨਾਂ ਦੇ ਡੈਥ ਹੋਣ ਤੋਂ ਬਾਅਦ ਫਿਰ ਹਾਜੀ ਮਨਜ਼ੂਰ ਸਾਹਿਬ ਨੇ ਸਾਡੇ ਤੇ ਜ਼ੋਰ ਦਿੱਤਾ ਹੈ, ਅਸੀਂ ਸੁਲਾਹ ਫਿਰ ਕੀਤੀ ਹੈ, ਬੇਲੌਸ ਕੀਤੀ ਹੈ। ਐਸ ਮੀਰ ਮੁਹੰਮਦ ਨੂੰ ਸੱਤੋ ਗਿਆ ਨੂੰ ਪਤਾ ਹੈ ਇੱਕ ਆਨੇ ਦੇ ਅਸੀਂ ਰਵਾਦਾਰ ਨਹੀਂ ਹੈਗੇ, ਬੇਲੌਸ ਸੁਲਾਹ ਕੀਤੀ ਹੈ। ਉਹਨਾਂ ਨੂੰ ਮਾਫੀ ਦਿੱਤੀ, ਹਾਲੇ ਕੋ ਉਹਨਾਂ ਦੇ ਬੰਦੇ ਇਸ਼ਤਿਹਾਰੀ ਵੀ ਨੇ। ਸਿਰਫ ਇਹਨਾਂ ਦੀ ਕੁਰਬਾਨੀ ਦੇਣ ਨਾਲ ਅੱਜ ਵੀ ਅਸੀਂ ਖਾਲੀ ਹੱਥੀ ਲੱਗੇ ਫਿਰਦੇ ਹਾਂ, ਨਹੀਂ ਤਾਂ ਅਸੀਂ 24 ਘੰਟੇ ਅੰਦਰਾਂ ਦੇ ਵਿੱਚ ਉਹ ਵੀ ਬੰਦ ਰਹਿੰਦੇ ਸੀ, ਅਸੀਂ ਵੀ ਰਹਿੰਦੇ, ਕਿਤੇ ਜਾਂਦੇ ਸੀ ਤਾਂ ਪੁੱਜ ਭਜਾ ਕੇ ਜਾਂਦੇ ਸੀ। ਤੇ ਇਹਨਾਂ ਦੀ ਮਿਹਰਬਾਨੀ ਹੈ, ਇਹਨਾਂ ਆਪਦੇ ਵਾਲਦ ਤੋਂ ਬਾਅਦ ਮਿਸਾਲ ਹੈ ਇਹ ਕਿਹੜੀ ਸੁਲਾਹ ਕਰਵਾਈ ਹੈ, ਬੜੀ ਸੋਹਣੀ ਕਰਵਾਈ ਹੈ, ਤੇ ਅੱਲਾਹ ਨੇ ਦੀ ਜ਼ਿੰਦਗੀ ਕਰੇ, ਇਹਨਾਂ ਨੂੰ ਬਾਹਰ ਰੱਖੇ। ਅੱਛਾ ਹੋ ਗਿਆ ਨਾ, ਸੁਲਾਹ ਹੋ ਗਈ, ਬੜਾ। ਤੇ ਅਸੀਂ ਵੀ ਅਮਨ ਸਕੂਨ ਦੇ ਵਿੱਚ ਫਿਰ ਰਹੇ ਹਾਂ। ਤੇ ਪਹਿਲੇ ਕੀ ਵਜ੍ਹਾ ਬਣੀ ਸੀ ਜਿਹੜੀ ਸੁਲਾਹ ਸਿਰਫ ਹੋਣ ਤੋਂ ਬਾਅਦ ਵੀ? ਨਹੀਂ ਸੁਲਾਹ ਹੋਣ ਤੋਂ ਬਾਅਦ ਵੀ ਦੁਬਾਰਾ ਸ਼ੁਰੂ ਹੋ ਗਈ? ਬਸ ਵਿੱਚ ਤੈਨੂੰ ਪਤਾ ਰਾਜਪੂਤਾਂ ਦੇ ਦੋਵੇਂ ਪਿੰਡ ਨੇ ਵਿੱਚ ਉਂਗਲਾਂ ਲਾਉਣ ਵਾਲੇ ਵੀ ਹਾਜੀ ਮਨੀਰ ਨਾਲ ਕਰੋ ਤੇ ਫਿਰ ਤੁਸੀਂ ਬਚਦੇ ਜੇ, ਇੱਕ ਤੁਸੀਂ ਕਿਧਰੋਂ ਸੁਲਾਹ ਕਰ ਲਈਏ ਵੀ ਸਿਰ ਕੋ ਤਾਂ ਇਹਨਾਂ ਦਾ ਮਾਖੇ ਤੋਂ ਬਾਅਦ ਹਾਜੀ ਮਨੀਰ ਹੀ ਹੈ ਨਾ, ਤੇ ਇਹਦੇ ਨਾਲ ਕਰੋ ਨਾ, ਤੇ ਫਿਰ ਬਾਅਦ ਦੇ ਵਿੱਚ ਸੁਲਾਹ ਹੀ ਸੁਲਾਹ। ਮਗਰੂ ਕਿਹੜਾ ਹੈਗਾ ਇਹਨਾਂ ਦਾ ਕਾਰੋਬਾਰ? ਸੜਕਾਂ ਦਾ, ਰੋਡ ਦਾ, ਠੇਕੇਦਾਰੀ ਦਾ ਸੀ, ਕੋਈ ਪੱਠੇ ਸੀ, ਜ਼ਿਮੀਂਦਾਰਾ ਸੀ, ਖਾਣ ਪੀਣਾ, ਸਿਰਫ ਕੀ ਜਿਹਦੇ ਨਾਲ ਕਰੋ। ਉਹਨੂੰ ਅੱਲਾਹ ਤਾਲਾ ਇਜ਼ਾਦ ਬਚਾਈ ਹੈ, ਉਹ ਆਪਦੀ ਮੌਤ ਨਾਲ ਹੀ ਮਰਿਆ। ਅਸੀਂ ਉਹਦੀ ਕਬਰ ਵਾਲੇ ਵੇਖ ਕੇ ਅਸੀਂ ਫਿਰ ਵੀ ਸਫੀਲ ਇਲਾਈ ਸੁਲਾਹ ਕੀਤੀ ਜੀ। ਅਸੀਂ ਕੋਈ ਆਨੇ ਦੇ ਅੱਛਾ ਨਹੀਂ ਹੋ ਗਿਆ ਸੁਲਾਹ? ਬੜੀ ਜੀ ਮਿਹਰਬਾਨੀ, ਭੱਟੀ ਸਾਹਿਬ ਦੀ ਮਿਹਰਬਾਨੀ। ਅਮਨੋ ਮਾਨ ਹੋਣਾ ਚਾਹੀਦਾ। ਦੁਸ਼ਮਣੀ ਦੇ ਵਿੱਚ ਕੀ ਕੁਝ ਵੇਖਿਆ ਤੁਸੀਂ? ਕੁਝ ਨਹੀਂ ਵੇਖਿਆ ਜੀ। ਬੱਚੇ ਰੁਲੇ ਨੇ ਜੀ, ਰੁਲੇ ਬੱਚੇ ਰੁਲੇ ਨੇ। ਜਾਇਦਾਦਾਂ ਵੇਖ ਕੇ ਮਿਸਾਲੇ ਅਦਾਲਤਾਂ ਨੂੰ ਦਿੱਤੀਆਂ ਨੇ। ਜਦੋਂ ਮਤਲਬ ਤੁਸੀਂ ਕੋਈ ਮਰਡਰ ਦਾ ਪਰਚਾ ਹੋ ਜਾਂਦਾ ਸੀ ਤੁਹਾਡੇ ਤੇ, ਕੋਣਾ ਕੋ ਕਿੱਲਾ ਵੇਚ ਕੇ ਲਾਵਣੀ, ਫਿਰ ਭੱਜਦੇ ਸੀ ਇਸ਼ਤਿਹਾਰੀ? ਪਹਿਲੀ ਵੇਚ ਕੇ ਲਾਵਣੀ ਜੀ ਪਿੱਛੇ, ਫਿਰ ਭੱਜਦੇ ਸੀ। ਹਾਂਜੀ। ਕਿੰਨੀ ਦੇਰ ਐਸਾ ਕਾਰੋਬਾਰ ਸੀ ਵੀ ਕਿਹੜਾ ਅਸੀਂ ਕਰਨਾ? ਕਿੰਨੀ ਦੇਰ ਇਸ਼ਤਿਹਾਰੀ ਰਹੇ ਹੋ ਤੁਸੀਂ? ਅਸੀਂ ਕੁਝ 6 ਮਹੀਨੇ ਸਾਲ ਵਿੱਚ ਇਸ਼ਤਿਹਾਰੀ ਰਹੇ ਹਾਂ। ਤੇ ਕਿੰਜ ਕੱਟੀ ਦਾ ਇਸ਼ਤਿਹਾਰ ਪਨਾ? ਬੜਾ ਔਖਾ ਹੋ ਗਿਆ ਜੀ ਕਿ ਮਿਸਾਲ ਹੈ ਕਿੱਥੋਂ ਮਿਰਚ ਵੀ ਲੱਭੇ ਉਹ ਵੀ ਖਾਣੀ ਪੈਂਦੀ ਏ। ਕੋਈ ਚੰਗਾ ਸਲੂਕ ਵੀ ਵਰਤ ਲੈਂਦਾ, ਕਿਸੇ ਡੇਰੇ ਤੇ ਬੈਠਾ ਬੁਰਾ ਵੀ ਵਰਤਦਾ ਜਾਂਦਾ ਸੀ। ਫਿਰ ਡੇਰਿਆਂ ਤੇ ਜਾ ਕੇ ਰਹਿੰਦੇ ਸੀ? ਹਾਂਜੀ, ਕਿਸੇ ਡੇਰਿਆਂ ਤੇ ਰਹਿਣਾ ਪੈਂਦਾ। ਕਿਵੇਂ ਭੱਟੀ ਸਾਹਿਬ ਦਾ ਡੇਰਾ ਤੇ ਇਹਦੇ ਕੋਲ ਆ ਗਏ, ਇਹਨੇ ਚੰਗਾ ਵੀ ਖਾਣਾ ਦੇਤਾ ਤੇ ਉਹ ਆਮੀਨ ਕਰ ਲਿਆ, ਜੇ ਭੈੜਾ ਵੀ ਦੇਤਾ ਤੇ ਆਮੀਨ ਕਰ ਲਿਆ। ਤੇ ਉੱਥੇ ਕਦੋਂ ਉਦੋਂ ਕਦੋਂ ਕਿੱਥੇ ਜਾਂਦੀ ਹੈ ਨਾ? ਉਦੋਂ ਬਾਅਦ ਜਿਹਦੀ ਵਜ੍ਹਾ ਤੋਂ ਅਸੀਂ ਬੰਦੇ ਮਾਰ ਰਹੇ ਹਾਂ, ਮਤਲਬ ਤੁਸੀਂ ਹੋਇਆ ਜੋ ਵੀ, ਉਦੋਂ ਕਿੱਥੇ ਜਾਂਦੀ ਹੈ? ਕਹਿੰਦੀ ਹੈ ਨਾ, ਕਿਸੇ ਵੇਲੇ ਬੰਦੇ ਦੀ ਦਾਵਤ ਚੱਲ ਪੈਂਦੀ ਹੈ, ਉਸ ਵੇਲੇ ਬੰਦਾ ਆਂਦਾ ਵੀ ਮੈਂ ਤੂੰ ਮਰ ਗਿਆ ਹੀ ਬਿਹਤਰ ਆ। ਜਦੋਂ ਮੇਰਾ ਸੱਕਾ ਮਿਸਾਲ ਭਾਈ ਮਰ ਗਿਆ
ਪਿਓਾਂ ਦੀ ਜਗ੍ਹਾ ਇਹ ਵਾਲ ਸਾਡਾ ਅੱਗੇ ਫੌਤ ਹੋਇਆ ਸੀ ਤਾਂ ਫਿਰ ਇੱਕ ਨਾਂ ਤਾਂ ਬਣ ਗਈ ਨਾ। ਹਾਂ ਉਹ ਮੈਂ ਤਾਂ ਮੇਰੇ ਦਿਲ 'ਚ ਇਹ ਵੀ ਉਹੀ ਹੈ ਵੀ ਮੇਰੇ ਵਾਸਤੇ ਸਾਰਾ ਪਿੰਡ ਵੀ ਮਰ ਜਾਏ ਤੇ ਮੈਨੂੰ ਮਿਸਾਲੇ ਭਰਾ ਤੋਂ ਨਹੀਂ ਚੰਗਾ ਕੋਈ ਲੱਗਦਾ। ਬਿਲਕੁਲ ਇੰਦੀ ਉਹਨਾਂ ਅੱਗੇ ਵੀ ਕੁਰਾਨ ਚੁੱਕ ਕੇ ਹਾਜੀ ਮਨੀਰ ਸਾਹਿਬ ਤੇ ਅਟੈਕ ਕੀਤਾ ਸੀ, ਹੁਣ ਵੀ ਕੁਰਾਨ ਨੂੰ ਗਏ ਸੀ ਅਸੀਂ। ਇਹ ਕੁਰਾਨ ਉਹੋ ਹੀ ਅੱਲਾਹ ਤਾਲਾ ਦੀ ਕਿਤਾਬ ਬਣਾਈ ਜਿਹੜੀ ਤੁਸੀਂ ਪਹਿਲੇ ਚੁੱਕੀ। ਭੱਟੀ ਸਾਹਿਬ ਨੇ ਆਖਿਆ ਕੋਈ ਇਸ਼ੂ ਵਿੱਚ ਕੋਈ ਮਿਸਾਲ ਮੈਂ ਕੋਈ ਇਸ਼ੂ ਨਹੀਂ ਹੈਗਾ, ਨਾ ਕੋਈ ਮਿਸਾਲੇ ਪੈਸੇ ਦਾ ਮੁਆਵਜ਼ਾ ਰੱਖਣਾ ਹੈ ਵੀ ਇੰਨੇ ਕਰੋੜ ਦਾ ਮਿਸਾਲੇ ਕਿਹੜਾ ਬੰਦਾ ਵਾਅਦਾ ਕਰੇ ਉਹਨੂੰ ਜੁਰਮਾਨਾ ਜਾਂ ਕੋਈ ਗੱਲ ਜਾਂ ਕੋਈ ਕਿਸੇ ਅਮਰ ਦਾ अल्लाह की रजा के लिए सारा कुछ किया है। ਉਹ ਵਾਪਸ ਆ ਗਏ ਦੁਬਾਰਾ ਹਾਂਜੀ ਮੀਰ ਮੁਹੰਮਦ ਤੋਂ। ਅੱਜ ਹੀ ਉਹਨਾਂ 'ਚ ਕੁਝ ਬੰਦੇ ਹੈਗੇ ਨੇ ਅਜੇ ਕੇਸ ਉਤਲੀ ਸਦਾ ਤੇ ਗਿਆ ਚਲਾਇਆ ਨਾ। ਨਹੀਂ ਮੁਕੱਦਮਾ ਤੇ ਤੁਸੀਂ ਦਰਜ ਕਰਾਏ ਹੈ, ਜਦੋਂ ਮਦਈ ਮਾਫ ਕਰ ਦਿੰਦਾ ਤੇ ਲੋਕ ਆ ਨਹੀਂ ਜਾਂਦੇ। ਉਹ ਹੌਲੀ ਹੌਲੀ ਵਾਪਸ ਆਏਗਾ ਨਾ ਜੀ, ਉਹ ਸੁਪਰੀਮ ਕੋਰਟ ਤੱਕ ਰਾਜੂ ਕੇਸ ਗਿਆ ਚਲਾਇਆ। ਅੱਛਾ 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 ਬਾਕੀ ਲਿਖ ਕੇ ਦੇਤਾ ਹਾਂ ਲਿਖ ਕੇ ਦੇਤਾ, ਸਟਾਮ ਹੋ ਗਏ ਨੇ। ਸਟਾਮ ਹੋ ਗਏ। ਕਿੰਨੇ ਬੰਦੇ ਜੇਲ੍ਹਾਂ ਚ ਹੋਏ ਤੁਹਾਡੇ? ਸਾਡਾ ਕੋਈ ਮਨੀਰ ਪਾਰਟੀ ਦਾ ਕੋਈ ਬੰਦਾ ਨਹੀਂ ਜੀ। ਉਹਨਾਂ ਦੇ ਕਿੰਨੇ ਜੇਲ੍ਹਾਂ ਚ? ਉਹਨਾਂ 'ਚ 3-4 ਹੈਗੇ ਨੇ, 2-3 ਇਸ਼ਤਿਹਾਰੀ ਨੇ ਜੀ। अच्छा 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 जेल च 2-3 ने गए। हाँ जी नाजरीन, ये वो मुनीर भट्टी ग्रुप जो कसूर मीर मोहम्मद सत्तोगी में एक दहशत की अलामत जाने जाते थे अपनी दुश्मनी की वजह से, ये वो ख़ानदान है। और उनकी जब ये सुलह हो गई उसके बाद उनके मुंह से ये अल्फाज सुने कि किस तरह से उन्होंने अपनी ये ज़िंदगी गुजारी, किस तरह से कत्ल व गारत हुई, किस तरह से ये खूनी दुश्मनी चलती रही और 29 लोगों की ज़िंदगियां निकल गई। मुनीर भट्टी ग्रुप की दास्तान तो आप जान चुके हैं। अब रुख करते हैं अयूब भट्टी ग्रुप की जानिब, जिन्होंने पहला कत्ल करके इस दुश्मनी का आगाज किया और देखते ही देखते दोनों खानदानों के 29 अफराद मौत की वादियों में जा सोए। आखिर वो मौक़िफ़ क्या अपनाते हैं और उनका क्या कहना है, उन्हीं की जुबानी जान। नाजरीन, बात हो रही है ज़िला कसूर के मीर मोहम्मद सत्तोगी गांव की खूनी दुश्मनी के हवाले से, जो 29 अफराद की जानें निकल गई। ये दुश्मनी का आगाज़ किस तरह से हुआ वो तो आप जान चुके हैं। एक ग्रुप का मौक़िफ़ सुन लिया। अब हमारे साथ अयूब भट्टी ग्रुप है, जिनके अमार भट्टी और फयाज भट्टी हमारे साथ जो है वो इस वक्त बात करने के लिए हमारे साथ है कि ਇਹੋ ਜਿਹੀ ਦੁਸ਼ਮਣੀ ਸੀ ਜਿਹੜੀ ਇੰਨੀ ਖੂਨੀ ਦੁਸ਼ਮਣੀ ਬਣ ਗਈ। ਇਹ ਜਿਵੇਂ ਮੁਬਾਰਕ ਭੱਟੀ ਜਿਹੜਾ ਉਹਨਾਂ ਨੂੰ ਮੁਬਾਰਕ ਭੱਟੀ ਉਹਨਾਂ ਦਾ ਦੁੱਧ ਦਾ ਕਾਰੋਬਾਰ ਸੀ। ਰਫੀਕ ਭੱਟੀ ਉਹਨਾਂ ਦਾ ਵੀ ਦੁੱਧ ਦਾ ਕਾਰੋਬਾਰ ਸੀ। ਮੁਬਾਰਕ ਭੱਟੀ ਤੇ ਰਫੀਕ ਭੱਟੀ। ਰਫੀਕ ਭੱਟੀ ਇਹ ਦੁੱਧ ਦਾ ਕਾਰੋਬਾਰ। ਇਹ ਦੁੱਧ ਦਾ ਕਾਰੋਬਾਰ ਕਰਦੇ। ਠੀਕ ਹੈ। ਇਹਨਾਂ ਦੇ ਆਪਸ 'ਚ ਦੂਸਰੇ ਥੋੜੇ ਬਹੁਤ ਕਲੈਸ਼ ਹੋਏ। ਉੱਥੋਂ ਇਹਨਾਂ ਦੀ ਅਦਾਵਤ ਬਣ ਗਈ। ਫਿਰ ਉਹ ਮੁਬਾਰਕ ਭੱਟੀ ਇਲੈਕਸ਼ਨ ਲੜਿਆ ਉਹਨਾਂ ਨੇ ਬੀਟੀ ਮੈਂਬਰ ਦਾ। ਅੱਛਾ। ਉੱਥੋਂ ਉਹਨਾਂ ਨੇ ਇੱਕ ਦੂਸਰੇ ਮੁਖਾਲਫਤ ਵਗੈਰਾ ਕੀਤੀ। ਉਹ ਕਹਿੰਦੇ ਸੀ ਕਿ ਮੈਂ ਚੌਧਰੀ, ਉਹ ਕਹਿੰਦੇ ਮੈਂ ਚੌਧਰੀ, ਲੇਕਿਨ ਹੈ ਆਪਸ 'ਚ ਕਰੀਬੀ ਰਿਸ਼ਤੇਦਾਰ ਸੀ। ਚੌਧਰ ਦੱਤ ਨਾਲ। ਚੌਧਰ ਦੱਤ ਨਾਲ। ਕੋਈ ਹੋਰ ਜ਼ਾਤੀ ਹੋਰ ਐਸੀ ਕਿਸਮ ਠੀਕ ਹੈ, ਕੋਈ ਹੋਰ ਦਾਵਤ ਉਹਨਾਂ ਦੀ ਨਹੀਂ ਸੀਗੀ। ਇਹ ਇਹਨਾਂ ਨੇ ਕੀ ਕੀਤਾ, ਰਫੀਕ ਭੱਟੀ ਨੇ ਦੂਸਰੇ ਰਫੀਕ ਦੇ ਭੱਟੀ ਦਾ ਭਾਈ ਸੀ ਇਬਰਾਹਿਮ ਦੀ ਇਹਨਾਂ ਨੇ ਅੱਖਾਂ ਨਿਕਾਲ ਦਿੱਤੀਆਂ। ਅੱਛਾ। ਹਾਂਜੀ। ਮੁਬਾਰਕ ਭੱਟੀ ਗਰੁੱਪ ਨੇ ਤੇ ਜਿਹੜੇ ਉਹਨਾਂ ਦੇ ਨਾਲ ਦੂਸਰੇ ਹੋਰ ਬਰਾਦਰੀ ਦੇ ਬੰਦੇ ਰਿਲੇਟਡ ਹੋ ਗਏ, ਉਹਨਾਂ ਨੇ ਉਹਦੀ ਅੱਖਾਂ ਨਿਕਾਲ ਦਿੱਤੀਆਂ। ਉਹਦਾ ਬਦਲਾ ਲੈਣ ਵਾਸਤੇ ਰਫੀਕ ਭੱਟੀ ਨੇ ਫਿਰ ਮੁਬਾਰਕ ਭੱਟੀ ਨੂੰ ਕਤਲ ਕਰ ਦਿੱਤਾ। ਅੱਛਾ ਅੱਛਾ ਅੱਛਾ, ਇੱਥੋਂ ਸ਼ੁਰੂਆਤ ਹੋਈ। ਹਾਂਜੀ, ਇੱਥੋਂ ਸ਼ੁਰੂਆਤ ਹੋਈ। ਠੀਕ ਹੋ ਗਿਆ, ਠੀਕ ਹੋ ਗਿਆ। ਜਦੋਂ ਮੁਬਾਰਕ ਭੱਟੀ ਕਤਲ ਹੋਇਆ ਫਿਰ ਉਹਨਾਂ ਦੇ ਭਾਈ ਦੂਸਰੇ ਸ਼ੌਕਤ ਭੱਟੀ, ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ। ਮੌਕੇ ਦੀ ਦੂਸਰੇ ਰਫੀਕ ਭੱਟੀ ਦਾ ਇੱਕ ਭਾਈ, ਇੱਕ ਉਹਦਾ ਕਜ਼ਨ, ਉਹ ਦੂਸਰੇ ਮੌਕੇ ਤੇ ਮਰਡਰ ਹੋ ਗਏ। ਅੱਛਾ। ਉਸ ਤੋਂ ਬਾਅਦ ਹਾਜੀ ਮਨੀਰ ਸਾਹਿਬ ਜਿਹੜੇ ਦੂਸਰੇ ਮੇਰੇ ਮਾਮੂ ਵੀ ਲੱਗਦੇ ਨੇ, ਤੇ ਅਯੂਬ ਭੱਟੀ ਦੇ ਵੀ ਉਹ ਕਜ਼ਨ ਨੇ ਆਪਸ 'ਚ। ਉਹਨਾਂ ਨੇ ਉਹ ਦੂਸਰੇ ਯਾਨੀ ਕਿ ਉਹ ਦੂਸਰੇ ਟੁਰਨੇ ਸਿਰ ਬੰਦੇ ਸੀ ਹਾਈਵੇ ਤੇ, ਉਹਨਾਂ ਦੇ ਠੇਕੇ ਵਗੈਰਾ ਵੀ ਲੈਂਦੇ ਸੀ। ਕਾਫੀ ਮਾਸ਼ਾਅੱਲਾ ਯਾਨੀ ਸਰਬਰਾਹ ਸੀ ਬਰਾਦਰੀ ਦੇ। ਉਹਨਾਂ ਨੇ ਇਹਨਾਂ ਦੀ ਸੁਲ੍ਹਾ ਕਰਾਈ ਸੀ ਦੋਨਾਂ ਪਾਰਟੀਆਂ। ਸੁਲ੍ਹਾ ਤੋਂ ਬਾਅਦ ਤਕਰੀਬਨ 3-4 ਸਾਲ ਬਾਅਦ ਫਿਰ ਜਿਹੜੇ ਪਿੰਡ ਦੇ ਜਿਹੜੇ ਹੈਗੇ ਸੀ ਦੂਸਰੇ ਸ਼ਰਪਸੰਦ ਅਨਾਸਰ, ਉਹਨਾਂ ਨੇ ਕਿਹਾ ਕਿ ਇਹ ਤਾਂ ਦੂਸਰੇ ਆਪਣਾ ਮਕਸਦ ਤਾਂ ਖਤਮ ਹੋ ਗਿਆ, ਇਹ ਤਾਂ ਆਪਸ 'ਚ ਬਰਾਦਰੀ ਫਿਰ ਇਕੱਠੀ ਹੋ ਗਈ ਹੈ। ਉਹਨਾਂ ਨੇ ਦੂਸਰੇ ਯਾਨੀ ਕਿ ਚੁੱਕਣਾ ਸ਼ੁਰੂ ਕਰ ਦਿੱਤਾ ਆਪਸ 'ਚ ਦੂਸਰੇ ਗਲਤ ਪ੍ਰੋਪੋਗੰਡਾ, ਗਲਤ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ। ਜੰਜ ਹੁੰਦਾ ਹੈ ਜਿਸ ਤਰ੍ਹਾਂ ਬਰਾਦਰੀਆਂ ਦੇ ਪਿੰਡਾਂ ਵਿੱਚ ਹੁੰਦਾ। ਠੀਕ ਹੈ। ਉਹਨਾਂ ਨੇ ਹਾਜੀ ਸਾਹਿਬ ਨੂੰ ਮਿਸਗਾਈਡ ਕੀਤਾ ਕਿ ਇਹ ਤੇਰੇ ਤੇ ਦੂਸਰੇ ਨਾਲ ਰਸਤਾ ਮਲ ਕੇ ਬੈਠੇ ਨੇ ਤੇ ਤੂੰ ਇਹਨਾਂ ਤੋਂ ਦੂਸਰੇ ਯਾਨੀ ਕਿ ਪਰਹੇਜ਼ ਕਰ ਤੇ ਤੇਰੇ ਤੇ ਇਹਨਾਂ ਅਟੈਕ ਕਰਨਾ ਹੈ। ਮਿਸਗਾਈਡ ਕੀਤਾ ਗਿਆ।
ਉਸ ਤੋਂ ਬਾਅਦ ਦੂਸਰੇ ਇਹਨਾਂ ਦੀ ਫਿਰ ਝਗੜਾ ਹੋਇਆ, ਪਿੰਡ ਦੇ ਵਿੱਚ ਝਗੜਾ ਹੋਇਆ, ਫਾਇਰਿੰਗ ਹੋਈ ਦੋਨਾਂ ਪਾਰਟੀਆਂ ਦੀ, ਯਾਨੀ ਕਿ ਨਹੀਂ ਮੁਬਾਰਕ ਭੱਟੀ ਦੀ। ਤੁਸੀਂ ਮਤਲਬ ਅਯੂਬ ਭੱਟੀ ਗਰੁੱਪ ਤੋਂ, ਹਾਂਜੀ, ਅਯੂਬ ਭੱਟੀ ਗਰੁੱਪ। ਤੇ ਹਜੇ ਤੱਕ ਉਹ ਸੁਲ੍ਹਾ ਕਰਾਉਣ ਵਾਲੇ ਸੀ ਮੁਨੀਰ ਭੱਟੀ ਹਾਂਜੀ, ਗਰੁੱਪ ਜਿਹੜਾ, ਉਹ ਬਾਅਦ ਚ ਫਿਰ ਉਹਨਾਂ ਦੇ ਨਾਲ ਤੁਹਾਡੀ ਦੁਸ਼ਮਣੀ ਦਾ ਆਗਾਜ਼ ਹੋ ਦੁਬਾਰਾ ਗਿਆ। ਫਿਰ ਦੁਸ਼ਮਣੀ ਦਾ ਆਗਾਜ਼ ਹੋ ਗਿਆ। ਜਿਹੜੇ ਸੁਲ੍ਹਾ ਕਰਵਾਉਣ ਵਾਲੇ ਸੀ ਉਹਨਾਂ ਦੇ ਨਾਲ ਹੀ ਉਹਨਾਂ ਨਾਲ ਹੀ ਦੁਸ਼ਮਣੀ, ਕਿਉਂਕਿ ਦੁਸ਼ਮਣੀ ਦਾ ਅਟੈਕ ਆਗਾਜ਼ ਕੀਤਾ ਤੁਹਾਡੇ ਗਰੁੱਪ ਨੇ ਉਹਨਾਂ ਦੇ ਉੱਤੇ। ਕਿਉਂਕਿ ਹਾਜੀ ਮਨੀਰ ਸਾਹਿਬ ਜਿਹੜੇ ਨਾ ਉਹ ਦੂਸਰੇ ਮੁਬਾਰਕ ਭੱਟੀ ਦੇ ਆਪਸ ਵਿੱਚ ਕਜ਼ਨ ਸੀ ਨਾ, ਹੂੰ ਫੁੱਫਾਦਾਰ ਕਜ਼ਨ ਸੀ ਆਪਸ ਵਿੱਚ। ਠੀਕ ਹੈ। ਉਹਨਾਂ ਜ਼ਾਹਿਰ ਹੈ ਉਹਨਾਂ ਦੀ ਸਪੋਰਟ ਤਾਂ ਕਰਨੀ ਸੀ। ਜਦੋਂ ਦੁਬਾਰਾ ਇਹਨਾਂ ਨੇ ਫਿਰ ਦੂਸਰੇ ਇਹਨਾਂ ਦੀ ਦੁਸ਼ਮਣੀ ਦਾ ਜਦੋਂ ਆਗਾਜ਼ ਹੋਇਆ, ਫਿਰ ਇਹਨਾਂ ਨੇ ਰਫੀਕ ਭੱਟੀ, ਮਸ਼ਕੂਰ ਭੱਟੀ, ਜਿਹੜੇ ਅਯੂਬ ਭੱਟੀ ਦਾ ਬੇਟਾ ਹੈ ਮਸ਼ਕੂਰ ਭੱਟੀ, ਇਹਨਾਂ ਫਿਰ ਹਾਜੀ ਸਾਹਿਬ ਤੇ ਅਟੈਕ ਕੀਤਾ। ਅੱਛਾ। ਯਾਨੀ ਕਿ ਕਸੂਰ ਜਾ ਰਿਹਾ ਸੀ, ਆਪਣੇ ਦਫ਼ਤਰ, ਹਾਈਵੇ ਦੇ ਦਫ਼ਤਰ ਜਾ ਰਿਹਾ ਸੀ, ਉੱਥੇ ਇਹਨਾਂ ਨੇ ਉਹਨਾਂ ਦੇ ਅਟੈਕ ਕੀਤਾ। ਹਾਜੀ ਸਾਹਿਬ ਜਿਹੜੇ ਉਹਦੇ ਚੋਂ ਯਾਨੀ ਕਿ ਅੱਲਾਹ ਤਾਲਾ ਨੇ ਉਹਨਾਂ ਨੂੰ ਮਹਿਫੂਜ਼ ਰੱਖਿਆ। ਬਾਕੀ ਜਿਹੜੇ ਉਹਨਾਂ ਦੇ ਸੀ ਗਨਮੈਨ, ਇੱਕ ਉਹਨਾਂ ਦੇ ਭੱਠੇ ਦਾ ਮੁਨਸ਼ੀ ਸੀ, ਉਹ ਵਿਚਾਰਾ ਮਰਡਰ ਹੋ ਗਿਆ, ਡਰਾਈਵਰ ਵੀ ਮਰਡਰ ਹੋ ਗਿਆ। ਉਸ ਤੋਂ ਬਾਅਦ ਫਿਰ ਦੂਸਰੇ ਰਫੀਕ ਭੱਟੀ ਗਰੁੱਪ ਦੇ ਰਾਜਾ ਜੰਗ ਕਤਲ ਹੋ ਗਏ, ਇੱਕ ਰਫੀਕ ਭੱਟੀ ਦਾ ਭਾਈ, ਦੋ ਉਹਨਾਂ ਦੇ ਕਜ਼ਨ, ਅੱਛਾ। ਉਹ ਕਤਲ ਹੋ ਗਏ। ਅਯੂਬ ਭੱਟੀ ਦੇ ਕੀ ਲੱਗਦੇ? ਅਯੂਬ ਭੱਟੀ ਗਰੁੱਪ ਦੀ। ਅੱਛਾ, ਉਹਨਾਂ ਦੇ ਮਰਡਰ ਹੋ ਗਏ। ਉਹਨਾਂ ਦੇ ਮਰਡਰ ਹੋ ਗਏ। ਠੀਕ ਹੈ। ਠੀਕ ਹੈ। ਉਸ ਤੋਂ ਬਾਅਦ ਫਿਰ ਦੂਸਰੇ 1.5 ਮਹੀਨੇ ਬਾਅਦ ਰਫੀਕ ਭੱਟੀ ਨੇ ਦੁਬਾਰਾ ਫਿਰ ਹਾਜੀ ਮਰੀਦ ਤੇ ਅਟੈਕ ਕੀਤਾ। ਅੱਛਾ। 2008 ਵਿੱਚ ਉਹਦੇ ਚ ਦੂਸਰੇ ਹਾਜੀ ਸਾਹਿਬ ਦਾ ਇੱਕ ਭਾਂਜਾ ਮਰਡਰ ਹੋ ਗਿਆ, ਫਿਰ 3-4 ਗਨਮੈਨ ਉਹ ਮਰਡਰ ਹੋ ਗਏ, ਲੇਕਿਨ ਅੱਲਾਹ ਤਾਲਾ ਨੇ ਉਹਨਾਂ ਨੂੰ ਫਿਰ ਮਹਿਫੂਜ਼ ਰੱਖਿਆ। ਉਸ ਤੋਂ ਬਾਅਦ 2000 ਉਸ ਤੋਂ ਬਾਅਦ ਯਾਨੀ ਕਿ ਪ੍ਰੋਸੈਸ ਚੱਲਦਾ ਰਿਹਾ, ਦੋਨਾਂ ਪਾਰਟੀਆਂ ਦੇ ਬੰਦੇ, ਕੁਛ ਇਹਨਾਂ ਦੇ ਇਸ਼ਤਿਹਾਰੀ ਦਾ, ਕੁਛ ਉਹਨਾਂ ਦੇ ਇਸ਼ਤਿਹਾਰੀ ਹੋ ਗਏ। ਨਹੀਂ 29 ਬੰਦੇ, ਮਤਲਬ 8 ਬੰਦੇ ਤੁਹਾਡੇ ਕਿੰਨੇ ਮਰਡਰ ਹੋਏ ਗਰੁੱਪ ਦੇ? 8.5 ਬੰਦੇ ਮਰਡਰ। ਉਹ ਕਿਹੜੇ ਔਕਾਤ ਚੋਂ ਮਰਡਰ ਹੋਏ? ਕੌਣ ਸੀ ਉਹ? 2003 ਦੇ ਵਿੱਚ ਦੂਸਰੇ ਇਹਦੀ 2002 ਦੇ ਵਿੱਚ ਇਹਦੀ ਅੱਖਾਂ ਵਾਲਾ ਖੂਹ ਆਇਆ ਸੀ। ਤਕਰੀਬਨ 3-4 ਮਹੀਨੇ ਬਾਅਦ ਮੁਬਾਰਕ ਭੱਟੀ ਕਤਲ ਹੋ ਗਿਆ। ਅੱਛਾ। ਉਹਦੇ ਮੁਤਬਾਦਲ ਯਾਨੀ ਕਿ ਅਯੂਬ ਭੱਟੀ ਗਰੁੱਪ ਦੇ 2 ਬੰਦੇ ਮਰਡਰ ਹੋ ਗਏ, ਇੱਕ ਰਾਹਗੀਰ ਮਾਰਿਆ ਗਿਆ। ਉਸ ਤੋਂ ਬਾਅਦ ਅਯੂਬ ਭੱਟੀ ਦਾ ਕਜ਼ਨ ਸੀ ਅਬੈਦੁੱਲਾ, ਉਹ ਕਤਲ ਹੋ ਗਿਆ ਆਪਣੇ ਘਰ ਦੇ ਘਰ ਸੁੱਤਾ ਪਿਆ ਸੀ। ਕਿਸੇ ਸ਼ਰਪਸੰਦ ਨੇ ਉਹਨੂੰ ਕਤਲ ਕੀਤਾ, ਲੇਕਿਨ ਇਹਨਾਂ ਨੇ ਹਾਜੀ ਮਨੀਰ ਗਰੁੱਪ ਨੇ ਉਹਨੂੰ ਕਤਲ ਨਹੀਂ ਸੀ ਕੀਤਾ। ਮਕਸਦ ਉਹਨਾਂ ਦਾ ਇਹ ਸੀ ਕਿ ਇਹ ਆਪਸ 'ਚ ਬੈਠ ਨਾ ਜਾਣ। ਮਤਲਬ ਤੁਹਾਨੂੰ ਇੰਜ ਲੱਗਦਾ ਹੈ ਕਿ ਤੁਹਾਡੀ ਜਿਹੜੀ ਆਪਸ 'ਚ ਖਾਨਦਾਨੀ ਦੁਸ਼ਮਣੀ ਹੈ ਆਪਸ ਦੇ ਕਲੈਸ਼ ਦੀ ਵਜ੍ਹਾ ਤੋਂ ਨਹੀਂ ਹੈ, ਜ਼ਿਆਦਾ ਲੋਕਾਂ ਨੇ ਕਰਵਾਈ। ਸ਼ਰਪਸੰਦ ਨਾਸਰ ਨੇ ਜਿਹੜਾ ਨਾ ਉਹਨਾਂ ਨੇ ਦੂਸਰੇ ਕੰਮ ਕਰਵਾਇਆ। ਤੇ ਉਸ ਟਾਈਮ ਨਹੀਂ ਸਮਝ ਆਉਂਦੀ, ਮਤਲਬ ਬੰਦੇ ਨੂੰ ਲੱਗਦਾ ਨਹੀਂ ਕਿ ਕੌਣ ਕਰਵਾ ਰਿਹਾ, ਕੀ ਕਰਵਾ ਰਿਹਾ, ਕੀ ਨਹੀਂ ਪਤਾ ਹੈ ਸੀ, ਲੇਕਿਨ ਦੂਸਰੇ ਉਧਰ ਇਹਨਾਂ ਨੇ ਗੌਰ ਹੀ ਨਹੀਂ ਕੀਤਾ। ਇਹ ਦੁਸ਼ਮਣੀ ਚੱਲ ਰਹੀ ਸੀ, ਤੁਸੀਂ ਕੀ ਕਰ ਰਹੇ ਸੀ ਉਸ ਦੌਰਾਨ? ਤੇ ਇਹਦੇ ਵਿੱਚ ਦੂਸਰੇ ਹੁਣ ਮੇਰੇ ਭਾਈ ਦਾ ਪਰਚਾ ਹੋਇਆ ਸੀ, ਉਹ ਹਾਫਜ਼ੇ ਕੁਰਾਨ ਹੈ। ਅੱਛਾ। ਉਹਦਾ ਬਿਲਕੁਲ ਨਜਾਇਜ਼ ਪਰਚਾ ਹੋਇਆ ਹੈ, ਉਹਦਾ ਕਿਸੇ ਕਿਸਮ ਦਾ ਕੋਈ ਅਮਲ ਦਖਲ ਨਹੀਂ। ਰਿਸ਼ਤੇਦਾਰ ਸਾਡੇ ਹਾਜੀ ਮਨੀਰ ਗਰੁੱਪ, ਉਹ ਵੀ ਸਾਡੇ ਮਾਮੂ ਲੱਗਦੇ ਨੇ ਰਿਸ਼ਤੇ 'ਚ। ਅਯੂਬ ਭੱਟੀ ਜਿਹੜੇ ਉਹ ਵੀ ਸਾਡੇ ਮਾਮੂ ਲੱਗਦੇ ਨੇ ਰਿਸ਼ਤੇ 'ਚ। ਲੇਕਿਨ ਇੱਕ ਗਰੁੱਪ ਹੁੰਦਾ ਜਿਹੜੇ ਗਰੁੱਪ ਦਾ ਇਨਸਾਨ ਜਿਹਦੇ ਨਾਲ ਚੱਲ ਰਿਹਾ ਹੁੰਦਾ, ਤੁਸੀਂ ਅਯੂਬ ਭੱਟੀ ਗਰੁੱਪ ਦੇ ਨਾਲ ਹੀ ਚੱਲ ਰਹੇ ਸੀ ਅਯੂਬ ਭੱਟੀ ਗਰੁੱਪ। ਹਾਂ, ਤੇ ਫਿਰ ਤੇ ਪਰਚਾ ਹੋਣਾ ਸੀ। ਹਾਂ, ਜ਼ਾਹਿਰ ਪਰਚਾ ਹੋਇਆ, ਲੇਕਿਨ ਉਹ ਵੀ ਬਰਾਦਰੀ ਬੇਸ ਤੇ ਹੋਇਆ, ਸਿਆਸੀ ਬੇਸ ਤੇ ਹੋਇਆ। ਮਕਸਦ ਇਹ ਕਿ ਦੂਸਰੇ ਹੁੰਦਾ ਹੈ ਨਾ ਕਿ ਉਹਨਾਂ ਨੂੰ ਸਪੋਰਟ ਕਰ ਰਿਹਾ ਸੀ ਜਾਂ ਉਹਨਾਂ ਨੂੰ ਦੂਸਰੇ ਗੰਨਾ ਫੜ ਕੇ ਨਾਲ ਚੱਲ ਰਿਹਾ, ਉਹ ਚੱਕਰ ਨਹੀਂ ਸੀਗਾ। ਉਹਦਾ ਰਿਜ਼ਲਟ ਇਹ ਹੋਇਆ ਕਿ ਦੂਸਰੇ ਜਦੋਂ ਪੁਲਿਸ ਰੇਟ ਹੋਏ, ਦੂਸਰੇ ਦਰਬਦਰ ਹੋ ਗਏ, ਆਪਣੇ ਘਰ ਛੱਡ ਕੇ ਅਸੀਂ ਸਾਈਡ ਤੇ ਸ਼ਿਫਟ ਹੋ ਗਏ, ਬੱਚੇ ਰੁੱਲ ਗਏ, ਉਹਨਾਂ ਦਾ ਮੁਸਤਕਬਲ ਤਬਾਹ ਹੋ ਗਿਆ। ਫਿਰ ਉਸ ਤੋਂ ਬਾਅਦ ਮੈਂ ਆਪਣੀ ਸਾਰੀ ਜ਼ਮੀਨ ਜਿਹੜੀ ਨਾ ਉਹ ਸੇਲ ਕਰ ਦਿੱਤੀ, ਯਾਨੀ ਕਿ ਗਾਉਂ ਮੀਰ ਮੁਹੰਮਦ ਵਿੱਚ ਮੈਂ ਪੂਰੀ ਜ਼ਮੀਨ ਸੇਲ ਕਰ ਦਿੱਤੀ। ਅੱਛਾ। ਮੈਂ ਸਿਆਲਕੋਟ ਸ਼ਿਫਟ ਹੋ ਗਿਆ। ਅੱਛਾ। ਉਥੇ ਡੇਰੀ ਵਗੈਰਾ ਲੈ ਲਈ। ਫਿਰ ਉਸ ਤੋਂ ਬਾਅਦ ਯਾਨੀ ਕਿ ਦੂਸਰੇ ਸੁਲ੍ਹਾ ਦਾ ਪ੍ਰੋਸੈਸ ਚੱਲਦਾ ਰਿਹਾ। ਹਾਜੀ ਸਾਹਿਬ ਵੱਲ ਪਾਰਟੀ ਵਗੈਰਾ ਬੰਦੇ ਵਗੈਰਾ ਪਿੰਡ ਦੇ ਅਸੀਂ ਦੂਸਰੇ ਯਾਨੀ ਕਿ ਭੇਜੇ ਸੁਲ੍ਹਾ ਵਾਸਤੇ। ਫਿਰ ਉਸ ਤੋਂ ਬਾਅਦ ਯਾਨੀ ਕਿ ਦੂਸਰੇ ਮਲਕ ਮਨਜ਼ੂਰ ਸਾਹਿਬ ਨੇ, ਸਾਡੇ ਮਾਮੂ ਹੀ ਲੱਗਦੇ ਨੇ ਰਿਸ਼ਤੇ 'ਚ, ਤੇ ਉਹਨਾਂ ਨੇ ਬਹੁਤ ਜ਼ਿਆਦਾ ਐਫਰਟ ਕੀਤੀ। ਫਿਰ ਉਹਨਾਂ ਨੇ ਸੁਲ੍ਹਾ ਕਰਾਈ। ਉਹ ਫਿਰ ਹਾਜੀ ਸਾਹਿਬ ਕੋਲ ਗਏ। ਹਾਜੀ ਸਾਹਿਬ ਨੇ ਉਹਨੇ ਕਿਹਾ ਕਿ ਦੂਸਰੇ ਇੱਕ ਹੀ ਖਾਨਦਾਨ ਹੈ, ਇੱਕ ਹੀ ਘਰ ਹੈ, ਆਪਾਂ ਇਹਨਾਂ ਦੁਸ਼ਮਣੀਆਂ 'ਚ ਕੀ ਕੱਢਣਾ ਹੈ। ਤੁਸੀਂ ਵੀ ਹੁਣ ਜ਼ਾਈਫ ਹੋ ਗਏ ਜੇ, ਤੇ ਤੁਸੀਂ ਆਪਣੇ ਬੱਚਿਆਂ ਦਾ ਕੋਈ ਮੁਸਤਕਬਲ ਦਾ ਸੋਚੋ। ਕਿੰਨੀ ਦੇਰ ਤੱਕ ਆਪਾਂ ਦੂਸਰੇ ਆਪਸ 'ਚ ਇੱਕੋ ਹੀ ਖਾਨਦਾਨ ਆਪਾਂ ਤਬਾਹ ਹੁੰਦੇ ਰਹਾਂਗੇ। ਫਿਆਜ਼ ਸਾਹਿਬ, ਤੁਸੀਂ ਦੱਸੋ ਆਪਣਾ ਐਕਸਪੀਰੀਅੰਸ
ਅਜ਼ੀਅਤਨਾਕ ਪਹਿਲੂ ਹੈ ਨਾ ਉਹ ਤੁਸੀਂ ਗੌਰ ਕੀਤਾ ਹੈ ਤਾਂ ਇਹ ਹੈ ਕਿ ਸੁਲਹ ਕਰਵਾਉਣ ਦੀ ਕੋਸ਼ਿਸ਼ ਬਹੁਤ ਕਮ ਹੋਈ ਹੈ ਪਹਿਲੇ। ਅੱਛਾ ਉਸ ਦੇ ਨਾਲ ਨਾਲ ਇਤਮਾਦ ਦੀ ਕਮੀ ਰਹੀ ਹੈ। ਸੁਲਹ ਦੇ ਵਿੱਚ ਵੀ ਇਤਮਾਦ ਦੀ ਕਮੀ ਕਿਉਂ ਰਹੀ ਹੈ? ਉਸ ਦੀ ਬੜੀ ਵਜ੍ਹਾ ਹਾਜੀ ਮੁਨੀਰ ਸਾਹਿਬ ਦਾ ਵਾਕਿਆ ਤੁਹਾਡੇ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਨੇ ਸੁਲਹ ਕਰਵਾਈ ਹੈ, ਬਾਅਦ ਚ ਦੁਸ਼ਮਣੀ ਉਹਨਾਂ ਨਾਲ ਹੋ ਗਈ। ਫਿਰ ਲੋਕ ਸੁਲਹ ਕਰਵਾਉਣ ਵਾਲੇ ਵੀ ਡਰਦੇ ਸਨ। ਉਸ ਤੋਂ ਬਾਅਦ ਅਗਰ ਕਿਸੇ ਦੇ ਇੱਕ ਗਰੁੱਪ ਨੂੰ ਇਤਮਾਦ ਸੀ ਤੇ ਦੂਸਰੇ ਗਰੁੱਪ ਨੂੰ ਇਤਮਾਦ ਨਹੀਂ ਸੀ ਹੁੰਦਾ, ਬਲਕਿ ਬਾਅਦ ਔਕਾਤ ਇਵੇਂ ਹੋਇਆ ਹੈ ਕਿ ਰਾਬਤਾ ਹੀ ਦੋਵਾਂ ਫਰੀਕਾਂ ਨਾਲ ਨਹੀਂ ਸੀ ਹੁੰਦਾ। ਇੱਕ ਫਰੀਕ ਨਾਲ ਕੋਈ ਰਾਬਤਾ ਕਰ ਪਾਉਂਦਾ ਸੀ ਤੇ ਦੂਸਰੇ ਨਾਲ ਰਾਬਤਾ ਹੀ ਨਹੀਂ ਸੀ ਹੁੰਦਾ, ਉਹ ਮਫਰੂਰ ਹੁੰਦਾ ਸੀ। ਮਲਕ ਮਨਜ਼ੂਰ ਸਾਹਿਬ ਵਾਹਿਦ ਸ਼ਖਸੀਅਤ ਸਨ ਜਿਨ੍ਹਾਂ ਦਾ ਰਾਬਤਾ ਦੋਵਾਂ ਨਾਲ ਸੀ ਤੇ ਇਤਮਾਦ ਵੀ ਦੋਵਾਂ ਨੂੰ ਸੀ। ਫਿਰ ਇਹਨਾਂ ਨੂੰ ਸ਼ਾਇਦ ਕੋਈ ਹਮਦਰਦੀ ਵੀ ਜ਼ਿਆਦਾ ਸੀ ਕਿਉਂਕਿ ਇਹਨਾਂ ਦਾ ਖੂਨੀ ਰਿਸ਼ਤਾ ਵੀ ਸੀ ਔਰ ਇਹਨਾਂ ਦਾ ਖੁਦ ਆਪਣਾ ਐਕਸਪੀਰੀਅੰਸ ਵੀ ਸੀ। ਇਹਨਾਂ ਨੇ ਦੇਖਿਆ ਸੀ ਕਿ ਦੁਸ਼ਮਣੀ ਕੀ ਹੁੰਦੀ ਹੈ, ਯਤੀਮੀ ਕੀ ਹੁੰਦੀ ਹੈ ਔਰ ਕਿਸ ਤਰ੍ਹਾਂ ਇਹ ਸਾਰੇ ਮਾਮਲਾਤ ਵੇਖੇ ਜਾਂਦੇ ਨੇ। ਤੁਸੀਂ ਜਾ ਕੇ ਵੇਖੋ, ਮੈਂ ਹੁਣ ਵੀ ਗੁਜ਼ਰ ਕੇ ਆਇਆ ਨਾ ਤੇ ਉਹ ਰਫੀਕ ਦਾ ਜਿਹੜਾ ਘਰ ਹੈ ਉਹਦੇ ਵਿੱਚ ਬੁੱਚੜ ਉੱਗੇ ਹੋਏ ਨੇ, ਜਿਹੜਾ ਆਬਾਈ ਘਰ ਸੀ ਹੁੰਦਾ ਉੱਚੀ ਮਸਜਿਦ ਦੇ ਕੋਲ। ਇਸ ਤਰ੍ਹਾਂ ਸਾਡੇ ਜਿਹੜੇ ਭਾਈ ਮੁਬਾਰਕ ਸਾਹਿਬ ਸਨ ਉਹਨਾਂ ਦੇ ਬੱਚੇ ਹੁਣ ਪਿੰਡੋਂ ਚਲੇ ਗਏ ਨੇ, ਪਤਾ ਨਹੀਂ ਕਿੱਥੇ ਨੇ। ਔਰ ਦੂਸਰੇ ਲੋਕ ਜਿਹੜੇ ਨੇ ਉਹਨਾਂ ਦੀ ਵੀ ਯਕੀਨਨ ਇਹੋ ਹੀ ਸੂਰਤ ਹਾਲ ਹੈ। ਅਬੂ ਉਬੈਦਾ ਸੀ ਜਿਹੜਾ ਉਹ ਕਤਲ ਹੋ ਗਿਆ। ਮੈਨੂੰ ਵੈਸੇ ਇਹੋ ਜਿਹੀਆਂ ਗੱਲਾਂ ਕਰਕੇ ਤੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਜ਼ਿਆਦਾ ਤਕਲੀਫ ਹੋਵੇ। ਦੁਸ਼ਮਣੀਆਂ ਇੰਨੀਆਂ ਬੁਰੀਆਂ ਨੇ, ਇਹ ਇੰਨੀ ਬੁਰੀ ਚੀਜ਼ ਹੈ ਕਿ ਇਹਦੇ ਤੋਂ ਅੱਲਾਹ ਤਾਲਾ ਸਭ ਨੂੰ ਮਹਿਫੂਜ਼ ਰੱਖੇ। ਅਸੀਂ ਜਿਸ ਤਰ੍ਹਾਂ ਕਿ ਭਾਈ ਯਾਰੇ ਗੱਲ ਸੁਣਾਈ ਭਾਈ ਸ਼ੌਕਤ ਨੇ ਕਿ ਛੋਟੀਆਂ ਗੱਲਾਂ ਨੇ। ਲੋਕ ਇੱਕ ਪਗਡੰਡੀ ਵਾਸਤੇ ਕਿ ਜਨਾਬ ਇਹ ਮੇਰੀ ਡੰਡੀ ਵੱਢ ਦਿੱਤੀ ਗਈ ਹੈ, ਮੈਂ ਇਹ ਸਾਰਾ ਕਿਆਰਾ ਵੇਚ ਕੇ ਉੱਤੇ ਤਾਂ ਲਾ ਦਿਆਂਗਾ, ਮਗਰ ਮੈਂ ਡੰਡੀ ਨਹੀਂ ਦੇਣੀ ਹੈਗੀ, ਮੈਂ ਡੰਡੀ ਤੋਂ ਲੰਘਣ ਨਹੀਂ ਦੇਣਾ ਹੈਗਾ। ਮਾਵਾਂ ਸਾਡੀਆਂ ਜਿਹੜੀਆਂ ਨੇ ਸਾਡੇ ਦਿਹਾਤ ਦੀਆਂ, ਉਹ ਦੁਸ਼ਮਣੀਆਂ ਵਿੱਚ ਆ ਕੇ ਆਪਣੇ ਬੱਚੇ ਇਸ ਵਾਸਤੇ ਪਾਲਦੀਆਂ ਨੇ ਕਿ ਜਾਂ ਤਾਂ ਜੇਲਾਂ ਵੇਖਣਗੇ ਔਰ ਜਾਂ ਫਿਰ ਦੁਸ਼ਮਣੀ ਵਿੱਚ ਕਤਲ ਹੋਣਗੇ ਜਾਂ ਕਤਲ ਕਰਨਗੇ। ਉਹਨਾਂ ਨੂੰ ਸਬਕ ਅਸੀਂ ਸਾਡੇ ਜਿਹੜੇ ਨੇ ਲੋਕ ਦਿੱਤੇ ਜਾਂਦੇ, ਇਸ ਤਰ੍ਹਾਂ ਦਾ ਦਿੱਤਾ ਜਾਂਦਾ ਹੈ। ਅਫਸੋਸ ਇਹਨਾਂ ਸਾਰੀਆਂ ਚੀਜ਼ਾਂ ਦਾ ਹੁੰਦਾ ਹੈ। ਅੱਲਾਹ ਤਾਲਾ ਹੁਣ ਵੀ ਸਾਨੂੰ ਹਦਾਇਤ ਦੇਵੇ। ਸਾਡੇ ਉਹ ਲੋਕ ਜਿਹੜੇ ਇਹਨਾਂ ਦੁਸ਼ਮਣੀਆਂ ਦੇ ਵਿੱਚ, ਤੁਸੀਂ ਵੀ ਗੌਰ ਕੀਤਾ ਹੋਏਗਾ ਕਿ ਕੁਝ ਲੋਕ ਜਿਸ ਤਰ੍ਹਾਂ ਦੇ ਇੱਕ ਦੋ ਵਾਕਿਆਤ ਹੀ ਐਸੇ ਹੋਏ ਨੇ ਕਿ ਉਹਨਾਂ ਦਾ ਉਸ ਗਰੁੱਪ ਨਾਲ ਤਾਲੁਕ ਹੀ ਨਹੀਂ ਹੈਗਾ। ਕਤਲ ਕਰਨ ਵਾਲੇ ਜਿਨ੍ਹਾਂ ਦੇ ਪਰਚੇ ਹੋ ਗਏ ਨੇ ਉਹਨਾਂ ਦਾ ਤਾਲੁਕ ਹੀ ਨਹੀਂ ਹੈਗਾ, ਮਗਰ ਉਹ ਬੰਦਾ ਕਤਲ ਇਸ ਵਾਸਤੇ ਹੋ ਗਿਆ ਕਿ ਉਹ ਪੈ ਦੇ ਉਹਨਾਂ ਤੇ ਜਾਣਾ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਹਾਂ, ਫਿਰ ਦੁਸ਼ਮਣੀ ਚ ਤਾਂ ਫਿਰ ਚੱਲਦਾ ਹੈ ਸਾਰਾ। ਤੇ ਬਾਕੀ ਇਹ ਹੁੰਦਾ ਹੈ ਕਿ ਸੁਲ੍ਹਾ ਦੇ ਵਿੱਚ ਆਮ ਤੌਰ ਤੇ ਸੁਲ੍ਹਾ ਕਰਵਾਉਣੀ ਜਿੰਨੀ ਜ਼ਰੂਰੀ ਹੈ ਉਨੀ ਸੁਲ੍ਹਾ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ। ਅੱਲਾਹ ਤਾਲਾ ਦਾ ਹੁਕਮ ਇਹ ਹੈ ਕਿ ਸੁਲ੍ਹਾ ਕਰਵਾਓ ਔਰ ਸੁਲ੍ਹਾ ਤੋਂ ਬਾਅਦ ਅਗਰ ਕੋਈ ਬੰਦਾ ਬਾਗੀ ਹੁੰਦਾ ਹੈ ਨਾ ਤੇ ਉਹਦੇ ਨਾਲ ਤੁਸੀਂ ਲੜਾਈ ਕਰੋ ਔਰ ਉਹਨੂੰ ਵਾਪਸ ਲਿਆਓ ਜਦੋਂ ਤੱਕ ਉਹ ਵਾਪਸ ਆ ਕੇ ਸੁਲ੍ਹਾ ਤੇ ਮਜਬੂਰ ਨਹੀਂ ਹੁੰਦਾ। ਸਾਡੇ 'ਚ ਕੁਛ ਇਹ ਵੀ ਪਹਿਲੇ ਕਮੀ ਰਹੀ ਹੈ। ਹੁਣ ਅੱਲਾਹ ਤਾਲਾ ਇਹਨਾਂ ਨੂੰ, ਮਲਕ ਸਾਹਿਬ ਨੂੰ ਤੌਫੀਕ ਦੇਵੇ। ਅਸੀਂ ਸਾਰੇ ਇਹਨਾਂ ਦੇ ਸਿਪਾਹੀ ਹਾਂ, ਇਹਨਾਂ ਦੇ ਸਾਥੀ ਹਾਂ, ਇਹਨਾਂ ਦੇ ਨਾਲ ਆ। ਸੁਲ੍ਹਾ ਸਫਾਈਆਂ ਕਰਵਾ ਰਹੇ ਨੇ ਵੱਡੀਆਂ ਸਾਰੀਆਂ। ਸਾਡੀ ਖਾਸ਼ ਹੈ ਕਿ ਛੋਟੀਆਂ ਵੀ ਕਰਵਾਉਣ ਤਾਂ ਕਿ ਸਾਡੇ ਦਿਹਾਤ ਜਿਹੜੇ ਨੇ ਤੇ ਛੋਟੀ ਵੱਡੀ ਬੰਦੀ ਹੈ ਲੜਾਈ। ਹਾਂ, ਸਾਡੇ ਦਿਹਾਤ ਵੀ ਤਰੱਕੀ ਦੀ ਤਰਫ ਜਾਣ। ਤੁਸੀਂ ਵੇਖੋ ਇੱਥੇ ਅੱਜ ਤੱਕ PTCL ਦੀ ਸਾਨੂੰ सहूलत नहीं मिली। दूसरी तरफ चले जाएं तो आपके मोबाइल पर सिग्नल नहीं आ रहे होंगे। दुश्मनियों की वजह से एक दूसरे के कोई टावर नहीं कोई कंपनी लगाने के लिए तैयार के जनाब लगाएंगे तो ये लड़ाइयाँ हो जाएंगी। असी तरक्की की तरफ जाते ही नहीं। ਅੱਜ ਵੀ ਸਾਡੇ ਜਿਹੜੇ ਬੱਚੇ ਨੇ ਅਗਰ ਕੋਈ ਮੈਟ੍ਰਿਕ ਕਰ ਲੈਂਦਾ ਨਾ ਤੇ ਅਸੀਂ ਉਹਨੂੰ ਅੱਗੇ ਪੜਾਉਣ ਦੀ ਬਜਾਏ ਸਾਡੀ ਖਾਸ਼ ਹੁੰਦੀ ਹੈ ਕਿ ਯਾਰ ਇਹ ਪੁਲਿਸ 'ਚ ਚਲਾ ਜਾਏ, ਕੋਈ ਸਿਫਾਰਿਸ਼ ਹੀ ਕਰ ਦੇਗਾ। ਇਹ ਇਸ ਸ਼ੋਬੇ 'ਚ ਚਲਾ ਜਾਏ ਜਿੱਥੇ ਸਾਡੇ ਲੜਾਈ ਝਗੜੇ ਦੇ ਕੰਮ ਆਵੇਗਾ। ਇਹ ਤੁਸੀਂ ਸੋਚ ਦੱਸ ਰਹੇ ਹੋ ਆਪਣੇ ਮਤਲਬ ਦਿਹਾਤ ਦੀ, ਇੱਧਰ ਦੀ, ਕਿ ਇਹ ਸੋਚ ਹੈ ਕਿ ਇਹਨੂੰ ਅੱਗੇ ਕਹਿੰਦੇ ਲੈ ਕੇ ਚੱਲਣਾ ਹੈ। ਇਹ ਸੋਚ ਨਹੀਂ ਹੈ ਕਿ ਇਹਦੇ ਤੋਂ ਬਚਣਾ ਕਹਿੰਦੇ ਤੇ ਇਹਨੂੰ ਤਰੱਕੀ ਵੱਲ ਕਿਸ ਤਰ੍ਹਾਂ ਲੈ ਕੇ ਜਾਣਾ ਹੈ, ਆਪਣੇ ਸ਼ਹਿਰ ਨੂੰ, ਪਿੰਡ ਨੂੰ ਆਪਣੇ ਆਬਾਦ ਕਿੰਜ ਕਰਨਾ। ਇਹ ਸੋਚ ਨਹੀਂ ਹੈ, ਇਹ ਸੋਚ ਹੈ ਇਹਨੂੰ ਕਿਸ ਤਰ੍ਹਾਂ ਲੈ ਕੇ ਜਾਣਾ। ਮਗਰ ਮੈਨੂੰ ਅਫਸੋਸ ਹੈ ਕਿ ਦੁਨੀਆ ਦੇ ਵਿੱਚ ਇੱਕ ਹੀ ਹੱਲ ਹੈ ਔਰ ਉਹ ਤਾਲੀਮ ਦਾ ਹੈ ਕਿ ਲੋਕਾਂ ਕੋਲ ਤਾਲੀਮ ਹੋਵੇ ਤੇ ਲੋਕ ਬਚ ਜਾਂਦੇ ਨੇ। ਮੀਰ ਮੁਹੰਮਦ ਸੱਤੋਕੀ ਦੇ ਵਿੱਚ ਬੜੇ ਲੋਕ ਤਾਲੀਮ ਯਾਫਤਾ ਵੀ ਨੇ। ਤੁਸੀਂ ਹੈਰਾਨ ਹੋਵੋਗੇ ਕਿ ਇੱਥੋਂ ਦੇ ਲੋਕਾਂ ਨੇ CSS ਵੀ ਕੀਤਾ ਹੈ, ਬਿਊਰੋਕਰੇਟ ਨੇ ਲੋਕ, ਇੱਥੋਂ ਦੇ ਲੋਕ ਬੜੇ ਸੀਨੀਅਰ ਵਕੀਲ ਵੀ ਹੈਗੇ ਨੇ। ਮਗਰ ਜਾਂ ਤੇ ਅਸੀਂ ਜਦੋਂ ਕੋਈ ਸਾਡਾ ਬੰਦਾ ਤਰੱਕੀ ਕਰਦਾ ਅਸੀਂ ਉਹਦੇ ਤੋਂ ਹਸਦ ਕਰਨੇ ਆ ਕਿ ਇਹ ਬੰਦਾ ਸਾਡਾ ਜਿਹੜਾ ਨਾ ਉਹ ਤਰੱਕੀ ਕਰ ਗਿਆ ਹੈ, ਇਹਨੂੰ ਕਿਉਂ ਕਰ ਗਿਆ ਹੈ। ਕਿ ਜਿਵੇਂ ਭਾਈ ਮੁਬਾਰਕ ਦੀ ਭਾਈ ਭੱਟੀ ਸਾਹਿਬ ਨੇ ਗੱਲ ਸੁਣਾਈ ਹੈ ਕਿ ਉਹ ਕਾਉਂਸਲਰ ਹੋ ਗਿਆ। ਅਸੀਂ ਵੀ ਉਸ ਤੋਂ ਇਲੈਕਸ਼ਨ ਲੜ ਰਹੇ ਸੀ ਤੇ ਸਾਡੇ ਉਹ ਯਾਨੀ ਪੈਨਲ ਦੇ ਬੰਦੇ ਸਨ। ਸਭ ਤੋਂ ਜ਼ਿਆਦਾ ਵੋਟ ਭੱਟੀ ਸਾਹਿਬ ਨੇ ਜਿੱਲੇ। ਸ਼ਾਇਦ ਉਹ ਇੱਕ ਦੁਸ਼ਮਣੀ ਦੀ ਵਜ੍ਹਾ ਇਹ ਵੀ ਬਣ ਗਈ ਕਿ ਬੰਦਿਆਂ ਦੀ ਹੁਣ ਬੜੀ ਚੌਧਰ ਜਿਹੜੀ ਹੈ ਨਾ ਉਹ ਬਣ ਗਈ ਹੈ ਔਰ ਇਹ ਸਾਡੇ ਚੋਂ ਹੈ ਤੇ ਇਹਦੀ ਨਹੀਂ ਬਣਨੀ ਚਾਹੀਦੀ, ਕਿਸੇ ਹੋਰ ਦੀ ਬਣ ਜਾਏ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ
ਵਿੱਚ ਆਉਂਦੀਆਂ। ਉਹ ਅਸਰ ਅੰਦਾਜ਼ ਹੁੰਦੀਆਂ ਤੁਹਾਡੇ ਖਿਆਲ ਨਾਲ। ਤੇ ਤੁਸੀਂ ਇਹ ਦੁਸ਼ਮਣੀ ਨੂੰ ਆਪਣੀ ਅੱਖਾਂ ਨਾਲ ਬੜੇ ਕਰੀਬੋਂ ਵੇਖਿਆ, ਜੀ, ਬਿਲਕੁਲ। ਕੀ ਹੁੰਦੇ ਵੇਖਿਆ? ਮੈਨੂੰ ਪਤਾ ਹੈ ਕਿ ਮੈਂ ਭਾਈ ਮੁਬਾਰਕ ਨੂੰ ਉਸ ਵਕਤ ਜਦੋਂ ਅੱਖਾਂ ਨਿਕਲ ਗਈਆਂ ਸੀ ਇਬਰਾਹੀਮ ਦੀਆਂ, ਉਹ ਖੁਦ ਸਾਡੇ ਦਰਵਾਜ਼ੇ ਤੇ ਵੀ ਚੱਲ ਕੇ ਗਿਆ ਸੀ ਕਿ ਯਾਰ ਤੁਹਾਡਾ ਇਸਲਾਮ ਦੁਆ ਹੈ, ਤੁਸੀਂ ਸੁਲ੍ਹਾ ਵਾਸਤੇ ਸਾਨੂੰ ਕੋਸ਼ਿਸ਼ ਕਰੋ। ਮੈਂ ਉਸ ਵਕਤ ਉਮਰ ਇੰਨੀ ਜ਼ਿਆਦਾ ਨਹੀਂ ਸੀ, ਮੈਂ ਕੋਸ਼ਿਸ਼ ਵੀ ਕੀਤੀ, ਮਗਰ ਉਹਨਾਂ ਨੇ ਦੂਸਰੇ ਗਰੁੱਪ ਨੇ ਕਿਹਾ ਕਿ ਤੁਸੀਂ ਇਸ ਗੱਲ 'ਚ ਨਹੀਂ ਪੈਣਾ। ਜਿਸ ਤੇ ਅੱਜ ਰਫੀਕ ਨੂੰ ਅਫਸੋਸ ਹੈ ਕਿ ਸਾਨੂੰ ਸੁਲ੍ਹਾ ਕਰ ਲੈਣੀ ਚਾਹੀਦੀ ਸੀ, ਇਸ ਤਰ੍ਹਾਂ ਦੂਸਰੇ ਫਰੀਕ ਨੂੰ ਵੀ ਅਫਸੋਸ ਹੋਏਗਾ ਕਿ ਸਾਨੂੰ ਵੀ ਸੁਲ੍ਹਾ ਕਰ ਲੈਣੀ ਚਾਹੀਦੀ ਸੀ, ਜਾਂ ਉਹਨਾਂ ਨੂੰ ਕਰ ਲੈਣੀ ਚਾਹੀਦੀ ਸੀ, ਤਾਂ ਕਰ ਹੀ ਰਹੇ ਸੀ ਕੋਸ਼ਿਸ਼, ਮਗਰ ਅਫਸੋਸ ਕਿ ਕੋਈ ਕਰ ਨਹੀਂ ਸਕਿਆ। ਮੈਂ ਪੈਗਾਮ ਇਹ ਦੇਣਾ ਚਾਹਾਂਗਾ ਕਿ ਜਿਹੜੇ ਲੋਕ ਇੱਥੇ ਛੋਟੀਆਂ ਗੱਲਾਂ ਬਰਦਾਸ਼ਤ ਨਹੀਂ ਨਾ ਕਰਦੇ, ਜੇਲ੍ਹਾਂ ਵਿੱਚ ਜਾ ਕੇ ਉਹ ਸਭ ਕੁਝ ਬਰਦਾਸ਼ਤ ਕਰਦੇ ਨੇ, ਥਾਣਿਆਂ ਵਿੱਚ ਉਹ ਸਭ ਕੁਝ ਬਰਦਾਸ਼ਤ ਕਰਦੇ ਨੇ, ਉਹ ਅਦਾਲਤਾਂ ਵਿੱਚ ਸਭ ਕੁਝ ਬਰਦਾਸ਼ਤ ਕਰਦੇ ਨੇ। ਬਾਅਦ ਵਿੱਚ ਉਹਨਾਂ ਦੀਆਂ ਖਵਾਤੀਨ ਜਦੋਂ ਜਾਂਦੀਆਂ ਨੇ, ਉਸ ਵਕਤ ਉਹਨਾਂ ਦੀ ਇੱਜ਼ਤ ਜਿਹੜੀ ਹੈ ਨਾ, ਉਹ ਮੇਰਾ ਖਿਆਲ ਹੈ ਕਿ ਉਹਨਾਂ ਦੀ ਬਰਦਾਸ਼ਤ ਤੇ ਨਹੀਂ ਹੋ ਰਿਹਾ ਹੋਵੇਗਾ, ਮਗਰ ਉਹ ਸਭ ਕੁਝ ਬਰਦਾਸ਼ਤ ਕਰਦੇ ਨੇ। ਫਿਰ ਉਹ ਰੋਟੀਆਂ ਲੈ ਕੇ ਜਾਣੀਆਂ ਪੈਂਦੀਆਂ ਨੇ, ਉਹਨਾਂ ਨੂੰ ਮੁਲਾਕਾਤਾਂ ਕਰਨੀਆਂ ਪੈਂਦੀਆਂ ਨੇ, ਰੋਣਾ ਪੈਂਦਾ ਹੈ। ਕਦੀ ਇਹ ਨਹੀਂ ਸੋਚਿਆ ਕਿ ਮਿਲ ਜੁਲ ਕੇ ਤੁਹਾਨੂੰ ਕਿਰਦਾਰ ਅਦਾ ਕਰਨਾ ਚਾਹੀਦਾ? ਜੇ ਤੁਹਾਡੀ ਸੁਲ੍ਹਾ ਹੋਈ ਹੈ, ਤੁਸੀਂ ਵੀ ਲੋਕਾਂ ਦੀ ਸੁਲਾਹਾਂ ਕਰਾਵੋ, ਅਮਨ ਕਾਇਮ ਹੋਏਗਾ, ਪੂਰੇ ਪਿੰਡ ਵਾਸਤੇ ਕੰਮ ਕਰੋ। ਹੋਰ ਵੀ ਤੇ ਉੱਥੇ ਬੜੇ ਦੁਸ਼ਮਣਦਾਰ ਹੈ, ਤੁਹਾਡੇ ਪਿੰਡ ਤੇ ਬੜਾ ਮਸ਼ਹੂਰ ਹੈ ਦੁਸ਼ਮਣਦਾਰੀਆਂ ਦੇ ਵਾਲੇ ਨਾਲ। ਹਮੇਸ਼ਾ ਕੰਮ ਉਹ ਬੰਦਾ ਕਰਦਾ ਹੈ ਇਹੋ ਜਿਹਾ ਜਿਹੜਾ ਤਾਕਤਵਰ ਹੁੰਦਾ ਹੈ। ਅੱਲਾਹ ਤਾਲਾ ਨੇ ਮਲਕ ਸਾਹਿਬ ਨੂੰ ਤਾਕਤ ਦਿੱਤੀ ਹੈ, ਉਹ ਸੁਲ੍ਹਾ ਕਰਵਾ ਸਕਦੇ ਨੇ, ਅਸੀਂ ਤਾਕਤਵਰ ਨਹੀਂ ਹੈਗੇ। ਮੈਂ ਅਗਰ ਤਾਕਤਵਰ ਨਹੀਂ ਤਾਂ ਮੈਂ ਸੁਲ੍ਹਾ ਕਰਵਾ ਨਹੀਂ ਸਕਾਂਗਾ। ਮੈਨੂੰ ਅਫਸੋਸ ਹੈ ਕਿ ਮੈंने ਜਿਸ ਤਰ੍ਹਾਂ ਕਿ ਭਾਈ ਜਾਨਾਂ ਨੇ ਕੁਰਾਨ ਦੀ ਗੱਲ ਕੀਤੀ ਹੈ, ਮੈਂ ਆਪਣੀ ਬੈਠਕ ਦੇ ਵਿੱਚ ਇੱਕ ਆਪਣਾ ਸੁਲ੍ਹਾ ਕਰਵਾਈ, ਤੇ ਉਸ ਸੁਲ੍ਹਾ ਦੇ ਵਿੱਚ ਕੁਰਾਨੇ ਪਾਕ ਤੇ ਹੱਥ ਰੱਖ ਕੇ ਦੋਵਾਂ ਫਰੀਕਾਂ ਨੇ ਜਿਹੜਾ ਨਾ ਸੁਲ੍ਹਾ ਕਰ ਲਈ ਕਿ ਅੱਜ ਤੋਂ ਬਾਅਦ ਸਾਡੀ ਕੋਈ ਲੜਾਈ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਝਗੜਾ ਨਹੀਂ। 4 ਜਾਂ 5 ਦਿਨ ਬਾਅਦ ਇੱਕ ਫਰੀਕ ਨੇ ਫੋਨ ਕਰ ਦਿੱਤਾ ਕਿ ਮੇਰੀ ਇਹਨੇ ਵੱਟ ਲਈ ਹੈ, ਤੇ ਇਹਦੇ ਨਾਲ ਹੁਣ ਕੀ ਕਰਨਾ ਹੈ। ਮੈਂ ਕਿਹਾ ਹੁਣ ਤਾਂ ਤੁਸੀਂ ਕੁਰਾਨ ਤੇ ਸੁਲ੍ਹਾ ਕਰ ਚੁੱਕੇ ਜੇ, ਮੈਨੂੰ ਤੇ ਵਿੱਚੋਂ ਫਾਰਗ ਕਰੋ ਤੇ ਬਿਹਤਰ ਹੈ। ਔਰ ਉਹਨਾਂ ਦਾ ਫਿਰ ਮਰਡਰ ਵੀ ਹੋ ਗਿਆ, ਯਾਨੀ ਕਤਲ ਹੋ ਗਿਆ ਇੱਕ ਉਹਦੇ 'ਚ। ਦੂਸਰਾ ਘਰ ਜਿਹੜਾ ਉਹ ਜੇਲ੍ਹ 'ਚ, ਉਹਨਾਂ ਦਾ ਘਰ ਵੀ ਅੱਜ ਉਜੜ ਚੁੱਕਿਆ ਹੈ। ਜਿਹੜਾ ਕਤਲ ਹੋ ਗਿਆ ਉਹਨਾਂ ਦਾ ਵੀ ਉਜੜ ਚੁੱਕਿਆ, ਕਾਤਲ ਦਾ ਵੀ ਉਜੜ ਚੁੱਕਿਆ। ਦੋਨੋਂ ਘਰ ਹੀ ਉਜੜ ਜਾਂਦੇ, ਦੋਨੋਂ ਘਰ ਹੀ ਉਜੜ ਚੁੱਕੇ ਨੇ। ਮਲਕ ਸਾਹਿਬ ਨੇ ਵੈਸੇ ਕੋਸ਼ਿਸ਼ ਕੀਤੀ, ਮੈਨੂੰ ਪਤਾ ਹੈ 2 ਦਫਾ ਗਏ ਨੇ, मगर वो सुलह नहीं अजय तक हो सकी। नाजरीन, ये दूसरा ग्रुप अयूब भट्टी ग्रुप, आपने खुद ही इनकी ज़ुबानी जाना कि किस तरह से इन्होंने ज़िंदगी गुजारी और दुश्मनी में क्या कुछ देखा। इन जले हुए 2 दरख्तों की तरह 2 खानदानों में दुश्मनी की आग में जलने वाले अफराद को इस आग से निकालने के लिए जिस हीरो ने किरदार अदा किया, आइए उससे मिलवाते हैं। नाजरीन, बात हो रही है मीर मोहम्मद सत्तोगी जिला कसूर के गांव की खूनी दुश्मनी के हवाले से, और अब हम मौजूद हैं मलक मंजूर भट्टी साहब के डेरे पर, जिन्होंने एक अहम काम किया है, बल्कि एक ऐसी जिम्मेदारी निभाई है। ये दुश्मनी एक ऐसी खौफनाक दुश्मनी थी कि जो सुलह सफाई के लिए भी इसमें दाखिल होता था वो इस दुश्मनी की जद में आ जाता था, लेकिन इन्होंने एक ऐसी जुर्रत और बहादुरी का मुजाहरा किया और 2 खानदानों को जो आपस में करीबी रिश्तेदार हैं उन्हें मिला दिया। तो आज के हमारे जो हीरो हैं, जिन्होंने इस खानदानी दुश्मनी को ख़त्म करने में अपना अहम किरदार अदा किया है, उन्हीं की ज़ुबानी जानते हैं। बहुत शुक्रिया मंजूर साहब, थैंक यू, बहुत वक्त दिता तुसी। मंजूर साहब, किस तरह एडी वड्डी दुश्मनी, खानदानी दुश्मनी ख़त्म करवाने चो कामयाब होए? पहले किस तरह कोशिश कैन शुरू की थी, की जेन चो आया? सब तो पहले चीज़ ये है जी कि मेरे वालद साहब जिन्ना चेर तक याद रह गए ने, साढ़े 2 पिंड है सत्तो की मीर मोहम्मद, इन्हां विच कोई मर्डर नहीं होया। अच्छा, वो कहते है सन कि जिंदी गल दे विच कल पैना है उनकी गल च अज पै है। अच्छा अच्छा। और जिस वक्त पता चलता है सी किसी जगह पर कोई नातफाकी है, कोई लड़ाई झगड़ा होया है, तो उत्थे पहुँच जाते सन, सुलह करा देते सी। चूँकि मेरे विच भी ब्लड है सी, तो मैं नहीं चाहता है सा कि ये जिहड़ा है दुश्मनी जी ये मजीद अगे बढ़ेगा। ए रिश्तेदार है तुहाडे उंज भी? हाँ, उंज भी रिश्तेदार है। अच्छा। और ये दोवें घर भी आपस रिश्तेदार है। अच्छा। तो मैं कोशिश की है कि किसी तरीके नाल जिहड़ा है इनू अगे जिहड़ा है इनू खत्म किया जाए, और मैं 2018 की कोशिश कर रहा सा, और अल्लाह ताला की मेहरबानी नाल 2 पार्टियां की सुलह हो गई है, और जिंदे वास्ते मैनू बड़ी खुशी हुई है कि अल्लाह के दरबार दे विच, अल्लाह के हजूर दे विच सुरखरू आवेगा कि 2 खानदान जिहड़े मजीद जिहड़े कतल वगारा तो बच गए। खौफ नहीं आया कोशिश करदे, क्योंकि इन्हां दी ते पहले भी एक बारी सुलह हुई सी, उस तो बाद अटैक हो गया, 3-4 लोग उहदे विच कतल हो कोई गए। ऐसा मसला नहीं हैगा।
ਅੱਲਾ ਦੀ ਰਜ਼ਾ ਦੀ ਖਾਤਰ ਕਰ ਰਿਹਾ ਹੈਗਾ ਸਾਂ ਔਰ ਅੱਲਾ ਮਾਲਕ ਹੁੰਦਾ ਹੈਗਾ ਔਰ ਉਹ ਜਿਹੜਾ ਮਦਦ ਕਰਦਾ ਹੈਗਾ ਨੇਕ ਕੰਮ ਦੇ ਵਿੱਚ। ਮੈਨੂੰ ਕਿਸੇ ਕਿਸਮ ਦਾ ਕੋਈ ਮਲਾਲ ਨਹੀਂ ਆਇਆ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ ਹੋਈ। ਇਹ ਚੀਜ਼ ਮੇਰੇ ਜ਼ਿਹਨ 'ਚ ਨਹੀਂ ਹੈਗੀ ਕੱਲ੍ਹ ਨੂੰ ਕੋਈ ਮੇਰੇ ਵਾਸਤੇ ਕੋਈ ਪ੍ਰੋਬਲਮ ਬਣ ਸਕਦਾ ਹੈ। ਤੇ ਮਨਜ਼ੂਰ ਭੱਟੀ ਸਾਹਿਬ ਕਿਸ ਤਰ੍ਹਾਂ ਆਗਾਜ਼ ਕਿਸ ਤਰ੍ਹਾਂ ਕੀਤਾ, ਕਿਹਦੇ ਕੋਲ ਗਏ ਪਹਿਲੇ? ਆਖਿਰ ਐਡੀ ਆਸਾਨੀ ਨਾਲ ਸੁਲ੍ਹਾ ਥੋੜੀ ਹੋ ਗਈ ਹੋਏਗੀ। ਇਹਦੇ ਵਿੱਚ ਮੇਨ ਕਿਰਦਾਰ ਮਨੀਰ ਭੱਟੀ ਸਾਹਿਬ ਦਾ ਸੀ, ਮਨੀਰ ਭੱਟੀ ਸਾਹਿਬ ਦਾ। ਕਿਉਂਕਿ ਇਹ ਮਦਈ ਇਹ ਸਨ, ਆਪਣੇ ਦੂਸਰੇ ਕੇਸਾਂ ਦੇ ਵਿੱਚੋਂ ਸਾਰਿਆਂ ਵਿੱਚੋਂ ਇਹ ਬਰੀ ਹੋ ਚੁੱਕੇ ਗਏ ਸਨ। ਔਰ ਇਹਨਾਂ ਦੇ ਜਿਹੜੇ ਹੈਗੇ ਕੇਸਾਂ ਦੇ ਵਿੱਚ ਜਿਹੜੇ ਮਰਡਰ ਹੋਏ ਸਨ ਦੂਸਰੀ ਪਾਰਟੀ ਦੇ ਬੰਦੇ ਅੰਦਰ ਸਨ। ਅਯੂਬ ਭੱਟੀ ਗਰੁੱਪ? ਹਾਂ, ਉਹ ਅੰਦਰ ਸਨ। ਅੱਛਾ। ਔਰ ਮੈਂ ਇਹਨਾਂ ਕੋਲ ਗਿਆ ਹੈਗਾ, ਜਾ ਕੇ ਉਹਨਾਂ ਗੁਜ਼ਾਰਿਸ਼ ਕੀਤੀ ਹੈਗੀ ਔਰ ਬਾਰ-ਬਾਰ ਗਿਆ ਹੈਗਾ। ਕਈ ਦਫਾ ਉਹਨਾਂ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ, ਇਨਕਾਰ ਕੀਤਾ ਹੈਗਾ, ਲੇਕਿਨ ਬਾਰ-ਬਾਰ ਗਿਆ ਹੈਗਾ ਔਰ ਅੱਲਾਹ ਤਾਲਾ ਜਿਹੜਾ ਹੈਗਾ ਸੀ ਉਸ ਚੀਜ਼ ਉਹ ਮੇਰਾ ਦਾ ਫਲ ਆਏਗਾ। ਸਭ ਤੋਂ ਪਹਿਲੇ ਰਾਬਤਾ ਮਨੀਰ ਭੱਟੀ ਸਾਹਿਬ ਨਾਲ ਕੀਤਾ ਤੁਸੀਂ? ਅੱਛਾ। ਹਾਂਜੀ। ਫਿਰ ਦੂਸਰੀ ਪਾਰਟੀ ਫਿਰ ਹਮਾਰਾ ਨੇ ਇਹਨਾਂ ਰਾਬਤਾ ਕੀਤਾ ਹੈਗਾ। ਅੱਛਾ। ਹਾਂ, ਇਹਨਾਂ ਨੂੰ ਕਹੇਗਾ ਕਿ ਇਹਨੂੰ ਖਤਮ ਹੋਣਾ ਚਾਹੀਦਾ ਨਾ, ਕਿ ਬੜੀ ਅੱਛੀ ਗੱਲ ਹੈਗੀ ਹੈ। ਇਹਦੇ ਬਾਅਦ ਕਿਹੜੀ ਗੱਲ ਹੈਗੀ ਹੈ, ਸਾਨੂੰ ਜਿਹੜੇ ਬੜੀ ਖੁਸ਼ੀ ਹੋਵੇ ਤੇ ਤੁਸੀਂ ਖਤਮ ਕਰਾ ਦਿਓ ਚਾਹੀਦਾ। ਤੇ ਭੱਟੀ ਸਾਹਿਬ ਜਿਹੜੇ ਮੇਨ ਚੀਜ਼ ਭੱਟੀ ਸਾਹਿਬ ਸਨ, ਅਗਰ ਉਹ ਨਾ ਮੰਨਦੇ ਹੈਗੇ ਤਾਂ ਸੁਲ੍ਹਾ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਦੇ ਬੰਦੇ ਅੰਦਰ ਸਨ। ਮਨੀਰ ਭੱਟੀ ਸਾਹਿਬ? ਨਹੀਂ, ਮਨੀਰ ਭੱਟੀ ਸਾਹਿਬ ਦੇ ਬਾਹਰ ਸਨ, ਇਹਨਾਂ ਦੇ ਅੰਦਰ ਸਨ। ਮਨੀਰ ਭੱਟੀ ਸਾਹਿਬ ਨਾ ਮੰਨਦੇ ਤੇ ਸੁਲ੍ਹਾ ਨਹੀਂ ਹੋਣੀ। ਮਤਲਬ ਉਹ ਮਦਈ ਸੀ। ਲੇਕਿਨ ਕਈ ਕੇਸਿਸ ਦੇ ਤੇ ਇਹ ਵੀ ਮਦਈ ਹੋਣਗੇ, ਇਹਨਾਂ ਦੇ ਵੀ ਤੇ ਮਰਡਰਸ ਹੋਏ। ਇਹਨਾਂ ਦੇ ਜਿਹੜੇ ਮਰਡਰਸ ਹੋਏ ਹੈਗੇ ਨੇ ਉਹਨਾਂ ਵਿੱਚੋਂ ਮੂਮਨ ਜਿਹੜੇ ਹੈਗੇ ਨੇ ਉਹ ਬੰਦੇ ਦੂਸਰੇ ਬਰੀ ਹੋ ਚੁੱਕੇ ਹੈਗੇ ਨੇ। ਅੱਛਾ। 10 ਸਾਰੇ ਬਰੀ ਹੋ ਚੁੱਕੇ ਨੇ। ਅੱਛਾ ਅੱਛਾ। ਮਨੀਰ ਭੱਟੀ ਗਰੁੱਪ ਦਾ ਕੋਈ ਬੰਦਾ ਅੰਦਰ ਨਹੀਂ ਸੀਗਾ। ਅੱਛਾ। ਸਹੀ ਸਹੀ ਸਹੀ। ਮਤਲਬ ਉਹਨਾਂ ਨੇ ਜ਼ਿਆਦਾ ਵੱਡਾ ਦਿਲ ਕਿਰਦਾਰ ਦਾ। ਔਰ ਇਹਨਾਂ ਦੇ ਬੰਦੇ ਜਿਹੜੇ ਹੈਗੇ ਸਨ ਸਜ਼ਾਏ ਮੌਤ ਨੇ। ਸਜ਼ਾਏ ਮੌਤ? ਸਜ਼ਾਏ ਮੌਤ ਨੇ, ਉਮਰ कैद ने और कई मफरून ने उम्र कैद ये पेश नहीं होएगा। कई मफरून ने कदा मेरा ख्याल है उन्होंने ट्रायल होना है। इश्तिहारी है? इश्तिहारी है। अच्छा अच्छा। कैंज फिर सारा कुछ मैनेज किया 2018 तो शुरू होए? बार-बार ਜਾਂਦਾ ਰਹੇਗਾ ਭੱਟੀ ਸਾਹਿਬ ਕੋਲ। ਅੱਛਾ। ਗੁਜ਼ਾਰਿਸ਼ ਕਰਦਾ ਰਹੇਗਾ, ਇਹਨਾਂ ਨੂੰ ਵੀ ਕਹਿੰਦਾ ਰਹੇਗਾ ਕਿ ਜਿਹੜੀ ਸੁਲ੍ਹਾ ਕਰਾਣੀ ਹੈਗੀ ਉਹਦੇ ਤੇ ਕਾਇਮ ਰਹਿਣਾ ਹੈਗਾ। ਇਹਨਾਂ ਕਿਹਾ ਕਿ ਸਾਡੇ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਹੈਗਾ ਔਰ ਤੁਸੀਂ ਕਰਾਓਏਗਾ, ਸਾਡੇ ਵਾਸਤੇ ਬੜੀ ਬਿਹਤਰੀ ਹੈਗੀ, ਸਾਡੇ ਬੰਦੇ ਬਾਹਰ ਆ ਜਾਂਦੇ। ਆਪਣੇ ਬੱਚੇ ਵੀ ਹੈ, ਜ਼ਮੀਨਾਂ ਵੀ ਹੈ, ਸਭ ਕੁਝ ਹੈ, ਰਿਸ਼ਤੇਦਾਰੀ ਵੀ ਹੈ, ਫਿਰ ਵੀ ਇੱਕ ਵਾਰੀ ਵੀ ਨਹੀਂ ਖਿਆਲ ਆਇਆ ਕਿ ਕਿਤੇ ਹੋ ਸਕਦਾ ਮੇਰੇ ਬੱਚੇ ਨਾਲ ਜਾਂਦੇ ਰਹਿਣੇ? ਨਾਲ ਜਾਂਦੇ ਰਹੇ? ਮੇਰੇ ਬੱਚੇ ਨਾਲ ਜਾਂਦੇ ਰਹੇਗਾ। ਤੇ ਤੁਹਾਡੇ ਵਾਲੇ ਸਾਹਿਬ ਵੀ ਮਰਡਰ ਹੋਏ ਸੀ? ਹਾਂਜੀ, ਉਹ ਹੀ ਮਰਡਰ ਹੋਏ ਸੀ। ਤੇ ਉਹ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਸੁਲ੍ਹਾ ਸਫਾਈ ਕਰਵਾਉਣ ਵਾਲੇ ਸੀ, ਇਹ ਉਹ, ਫਿਰ ਉਹਨਾਂ ਨੂੰ ਵੀ ਮਰਡਰ? ਇੱਥੇ ਜਿਹੜਾ ਮਸਲਾ ਹੈਗਾ ਨਹੀਂ, ਇੱਥੇ ਚੁਦਰਾੜ ਦਾ ਮਸਲਾ ਹੈਗਾ ਔਰ ਪੂਰੇ ਇਲਾਕੇ ਨੂੰ ਪਤਾ ਹੈਗਾ ਕਿ ਮੇਰੇ ਵਾਲਾ ਸਾਹਿਬ ਦੀ ਸ਼ਰਾਫਤ ਦਾ ਹਰ ਬੰਦਾ ਜਿਹੜਾ ਹੈਗਾ ਉਹ ਦਾਅਵੇਦਾਰ ਹੈਗਾ ਔਰ ਤਹੱਜਦ ਗੁਜ਼ਾਰ ਹੈਗੇ ਸਨ, 5 ਵਕਤ ਨਮਾਜ਼ੀ ਔਰ 24 ਘੰਟੇ ਲੋਕਾਂ ਦੇ ਕੰਮ ਕਰਦੇ ਹੈਗੇ ਸਨ ਔਰ ਆਪਣੀ ਜੇਬ ਦੇ ਵਿੱਚੋਂ ਪੈਸਾ ਖਰਚ ਕਰਦੇ ਹੈਗੇ ਸਨ। ਲੇਕਿਨ ਚੂੰਕਿ ਜੈਲਸਪਨ ਬਹੁਤ ਜ਼ਿਆਦਾ ਹੈਗਾ ਸੀ ਔਰ ਦੂਸਰੇ ਹੈਗਾ ਸੀ ਕਿ ਸਾਡਾ ਖਾਨਦਾਨ ਪੜ੍ਹਿਆ ਲਿਖਿਆ ਹੈਗਾ ਸੀ। ਉਹ ਵੀ ਰਿਸ਼ਤੇਦਾਰਾਂ ਨੇ ਮਰਡਰ ਕੀਤਾ? ਜਿਹਨਾਂ ਨੇ ਮਰਡਰ ਕੀਤਾ ਤੇ ਉਹਨਾਂ ਦਾ ਕੀ ਬਣਿਆ? ਬਸ ਉਹ ਵੀ ਕਿ ਸਾਡੀ ਸੁਲ੍ਹਾ ਹੋ ਗਈ ਉਹਨਾਂ ਨਾਲ। ਤੇ ਵਜ੍ਹਾ ਕੀ ਆਖਿਰ ਮੀਰ ਮੁਹੰਮਦ ਸੱਤੋਗੀ, ਮਤਲਬ ਇੱਥੇ ਦੁਸ਼ਮਣਦਾਰੀਆਂ, ਹਰ ਘਰ 'ਚ ਦੁਸ਼ਮਣਦਾਰੀ ਹੈ, ਬਸ ਕੀ ਵੇਖਦੇ ਹੋ ਕਿ ਵਜ੍ਹਾ ਕੀ ਹੈ ਇਹਦੇ ਵਿੱਚ? ਕਾਫੀ ਯਾਨੀ ਕਿ ਅਜ਼ਲ ਤੋਂ ਲੈ ਗਿਆ ਬਹੁਤ ਤੱਕ ਸਿਸਟਮ ਚੱਲ ਰਿਹਾ ਹੈਗਾ। ਸਾਰੀ ਬਰਾਦਰੀ ਵੀ ਭੱਟੀ ਬਰਾਦਰੀ ਪੈਦਾ ਹੋਣ ਤੋਂ ਪਹਿਲੇ ਜਿਹੜਾ ਹੈਗਾ ਸੀ ਇਹ ਕੰਮ ਚੱਲ ਰਿਹਾ ਹੈਗਾ, ਜਿਹਦੇ ਵਿੱਚ ਮੇਰੇ ਮਾਮਾ ਹੀ ਮਰਡਰ ਹੋ ਚੁੱਕੇ ਸਨ। ਅੱਛਾ। ਸ਼ੁਰੂ ਤੋਂ ਵੇਖਦੇ ਚਲੇ ਆ ਰਹੇ ਸ਼ੁਰੂ ਤੇ ਤੁਸੀਂ ਨਹੀਂ ਬੰਦੂਕਾਂ ਚੁੱਕੀਆਂ, ਤੁਸੀਂ ਨਹੀਂ ਇਹਦੇ ਵਿੱਚ ਸ਼ੁਰੂ ਹੋਏ ਕੰਮ ਕਰਦੇ? ਨਹੀਂ, ਜਦੋਂ ਦੁਸ਼ਮਣੀ ਆਏ ਤਾਂ ਫਿਰ ਤਾਂ ਆਪਣੇ ਦੁਸ਼ਮਣ ਵਿੱਚ ਤਾਂ ਕਰਨਾ ਪੈਂਦਾ ਹੈਗਾ ਨਾ। ਹਾਂਜੀ, ਉਹ ਤਾਂ ਹੈਗਾ ਸੀ, ਹੁਣ ਵੀ ਅਸਲਾ ਨਾ ਰੱਖਣਾ ਹੈ। ਹਾਂ, ਇਹ ਵੀ ਇhtiyat ਕਰਦੇ, ਉਹ ਤਾਂ ਹੈ ਹੀ, ਉਹਦੇ ਬਗੈਰ ਤਾਂ ਗੁਜ਼ਾਰਾ ਨਹੀਂ ਹੈ। ਮੁਕੰਮਲ ਅਮਨ ਕਾਇਮ ਹੋ ਸਕਦਾ ਹੈ ਜਿਸ ਵਕਤ ਇਹਦੇ ਵਿੱਚ ਅਵੇਅਰਨੈਸ ਆ ਜਾਏ, ਸ਼ਊਰ ਆ ਜਾਏ, ਅਕਲ ਆ ਜਾਏ, ਉਸ ਵਕਤ ਹੋਣਾ ਹੈਗਾ। ਉਦੋਂ ਬਗੈਰ ਉਹਦੇ ਬਗੈਰ ਕੋਈ ਚੀਜ਼ ਨਹੀਂ ਹੋ ਸਕਦੀ। ਉਹ ਕਹਿ ਜਾਏਗੀ ਭੱਟੀ ਸਾਹਿਬ? ਹਾਂਜੀ। ਉਹ ਕਿਸ ਤਰ੍ਹਾਂ ਆਏਗੀ ਲੋਕਾਂ 'ਚ? ਤਾਲੀਮ ਆਮ ਹੋਵੇ, ਸਕੂਲ ਦਾ ਦਰਵਾਜ਼ਾ ਖਟਖਟਾਉਣ ਹੈਗਾ, ਮਤਲਬ ਰਿਆਸਤ ਨੂੰ ਕਿਰਦਾਰ ਅਦਾ ਕਰਨਾ ਹੋਏਗਾ। ਬਿਲਕੁਲ। ਕਦੀ ਇੰਜ ਕੀਤਾ ਕਿ ਇੰਤਜ਼ਾਮੀਆ ਨੇ ਕੋਸ਼ਿਸ਼ ਕੀਤੀ ਹੋਵੇ ਕਿ ਕੋਈ ਮੀਰ ਮੁਹੰਮਦ ਗਾਉਂ ਸੱਤੋ ਕੀ ਇੱਥੇ ਦੁਸ਼ਮਣਦਾਰ ਗਰੁੱਪ ਹੈ, ਇਹਨਾਂ ਨੂੰ ਆਪਸ 'ਚ ਸੁਲ੍ਹਾ ਕਰਵਾ ਦਿੱਤੀ ਜਾਵੇ, ਅਮਨ ਕਾਇਮ ਕੀਤਾ ਜਾਵੇ? ਇਹ ਮੇਰੇ ਖਿਆਲ ਨਾਲ ਹੁੰਦਾ ਵੀ ਤੇ ਰਿਆਸਤ ਦਾ ਹੀ ਮਸਲਾ ਵੀ ਉਹਨਾਂ ਦਾ ਹੀ ਹੈ। ਕਦੀ ਨਹੀਂ ਕੀਤਾ? ਆਪਣੀ ਮਦਦ ਆਪ ਦੇ ਤਹਿਤ ਹੀ ਕਰਦੇ ਹੋ ਤੁਸੀਂ? ਕੋਈ ਐਸਾ ਨਹੀਂ ਮਸਲਾ। ਤੇ ਹੋਰ ਦੁਸ਼ਮਣਦਾਰ ਇੰਨੇ ਗਰੁੱਪ ਹੈਗੇ ਆ ਹਰ ਪਿੰਡ ਦੇ ਵਿੱਚ, ਹਰ ਗਾਉਂ 'ਚ, ਕੀ ਮੈਸੇਜ ਦੋਗੇ ਉਹਨਾਂ ਨੂੰ? ਤੁਸੀਂ ਤੇ ਵੇਖਦੇ ਚੱਲੇ ਆ। ਮੈਂ ਇਹ ਕਹਾਂਗਾ ਹੈਗਾ ਕਿ ਦੁਸ਼ਮਣੀ ਅੱਛੀ ਚੀਜ਼ ਨਹੀਂ ਹੈਗੀ, ਸਕੂਨ ਬੜੀ ਅੱਛੀ ਚੀਜ਼ ਹੈ। ਆਪਣੇ ਬੱਚਿਆਂ ਨੂੰ ਪੜਾਓ, ਅੱਛੀ ਤਾਲੀਮ ਦਿਓ, ਉਹਨੂੰ ਅਫਸਰ ਭਰਤੀ ਕਰੋਏਗਾ ਔਰ ਸਕੂਨ ਨਾ ਰਹੇਗਾ, ਕਤਲੋ ਗਾਰਤ ਵਿੱਚ ਨਾ ਹੋਵੇਗਾ। ਇਹਦੇ ਨਾਲ ਖਾਨਦਾਨ ਤਬਾਹ ਹੋ ਜਾਂਦੇ ਨੇ, ਬਰਬਾਦ ਹੋ ਜਾਂਦੇ ਨੇ, ਰਹਿੰਦਾ ਕੁਛ ਨਹੀਂ ਹੈਗਾ। ਤੁਸੀਂ ਆਪਣੀ ਦੁਸ਼ਮਣਦਾਰੀ ਦੇ ਦੌਰਾਨ ਕੀ ਵਕਤ ਵੇਖਿਆ?
ਖਾਸ ਸੀ। ਅਸੀਂ ਉਹਦੇ ਦੌਰਾਨ ਜਿਹੜਾ ਹੈਗਾ ਹੈ, ਬੜੇ ਸਖਤ ਬਰੈਲ ਵਿੱਚ ਗੁਜ਼ਰੇ ਹੈਗੇ ਹਾਂ। ਉਹ ਕੀ ਸੀ ਮਿਸਾਲ ਦੇ ਤੌਰ ਤੇ ਲੋਕਾਂ ਨੂੰ ਦੱਸਣ ਵਾਸਤੇ? ਨਹੀਂ, ਉਹ ਤਾਂ ਹੁੰਦਾ ਹੈਗਾ ਜੀ ਕਿ ਬੰਦੇ ਜੇਲ੍ਹਾਂ ਚਲੇ ਜਾਂਦੇ ਹੈਗੇ ਨੇ, ਬੰਦੇ ਮਰਡਰ ਹੁੰਦੇ ਹੈਗੇ ਨੇ, ਸਭ ਕੁਝ ਹੁੰਦਾ ਹੈਗਾ। ਬੜੀ ਤਗਤ ਹੁੰਦੀ ਹੈਗੀ ਹੈ, ਕੋਰਟ ਕਚਹਿਰੀ ਦਾ ਦਰਵਾਜ਼ਾ ਖਟਖਟਾਉਣਾ ਪੈਂਦਾ ਹੈਗਾ, ਉੱਥੇ ਪੇਸ਼ੀਆਂ ਹੁੰਦੀਆਂ ਨੇ, ਬਹੁਤ ਕੁਝ ਹੁੰਦਾ ਹੈ, ਬੜੀ ਤਕਲੀਫ ਹੁੰਦੀ ਹੈਗੀ। ਹੋਰ ਵੀ ਇੱਥੇ ਜਿਹੜੇ ਦੁਸ਼ਮਣਦਾਰ ਗਰੁੱਪ ਹੈ ਉਹਨਾਂ ਦੀਆਂ ਵੀ ਸੁਲ੍ਹਾਂ ਹੋਣੀਆਂ ਚਾਹੀਦੀਆਂ? ਹੋਣੀਆਂ ਚਾਹੀਦੀਆਂ। ਕਿਸ ਤਰੀਕੇ ਨਾਲ ਹੋ ਸਕਦੀਆਂ ਉਹ? ਇਹ ਹੈ ਕਿ ਲੋਕ ਸੰਸੀਰ ਹੋ ਕੇ ਐਫਰਟਸ ਕਰਨ, ਸੰਸੀਰ ਹੋ ਕੇ ਐਫਰਟਸ ਨਹੀਂ ਕਰਦੇ ਹੈਗੇ। ਉਹ ਕਹਿੰਦੇ ਨੇ ਕਿ ਮਾਰਦੇ ਤੇ ਮਰ ਜਾਣੇ, ਸਾਨੂੰ ਕੀ ਤਾਂ ਲੱਗੇਗਾ, ਇਹਦੇ 'ਚ ਫਾਇਦਾ ਹੈਗਾ, ਜਿੰਨੇ ਵੀਕ ਹੋਣਗੇ ਉਨਾ ਹੀ ਫਾਇਦਾ ਹੈਗਾ। ਤੁਸੀਂ ਅਗਰ ਮੁਨੀਰ ਭੱਟੀ ਸਾਹਿਬ ਗਰੁੱਪ ਤੇ ਅਯੂਬ ਭੱਟੀ ਸਾਹਿਬ ਗਰੁੱਪ ਜਿਹਨਾਂ ਦੀ ਸੁਲ੍ਹਾ ਕਰਾਈ ਹੈ, ਜੀ ਜੀ, ਇਹਨਾਂ ਦੀ ਡਿਊਟੀ ਲਾਓ, ਇਹਨਾਂ ਨੂੰ ਨਾਲ ਲੈ ਕੇ ਮੁਖਤਲਿਫ ਲੋਕਾਂ ਨੂੰ, ਇਹਨਾਂ ਨੇ ਵੀ ਤਾਂ ਦੁਸ਼ਮਣਦਾਰੀ ਚ ਕੀ ਕੁਝ ਵੇਖਿਆ, ਸਮਝਾਉਣ ਲੋਕਾਂ ਨੂੰ, ਤੇ ਮਜ਼ੀਦ ਬਿਹਤਰੀ ਆ ਸਕਦੀ ਹੈ ਮੇਰੇ ਖਿਆਲ ਨਾਲ। ਹਾਂ, ਨਹੀਂ ਬਿਲਕੁਲ ਸਹੀ ਹੈ। ਹਾਂ, ਜਦੋਂ ਆਪਣਾ ਦੱਸਣਗੇ ਕਿ ਇਹਨਾਂ ਨਾਲ ਜ਼ਿੰਦਗੀ ਚ ਕੀ ਹੋਣਾ ਗੁਜ਼ਰਿਆ। ਚਾਹੀਦਾ ਹੈਗਾ, ਕਮਿਸ਼ਨ ਬਣਾਉਣਾ ਚਾਹੀਦਾ ਹੈਗਾ ਲਾਈਫ ਦੇ ਵਿੱਚ, ਤਾਂ ਕਿ ਕਿਸੇ ਦੀ ਲਾਈਫ ਬਚ ਜਾਏ, ਉਹਦੀ ਮਿਹਨਤ ਨਾਲ, ਉਹਦੀ ਐਫਰਟਸ ਨਾਲ ਕਿਸੇ ਦੀ ਲਾਈਫ ਬਚ ਜਾਏ, ਬਚਾਉਣੀ ਚਾਹੀਦੀ ਹੈਗੀ। ਬਿਲਕੁਲ ਹਾਂਜੀ। ਮਜ਼ੀਦ ਕੋਈ ਅੱਛਾ ਮੈਸੇਜ ਲੋਕਾਂ ਨੂੰ, ਦੁਸ਼ਮਣਦਾਰ ਇਹਦੇ ਤੋਂ ਪਹਿਲੇ ਵੀ ਮੈਂ ਜਿਹੜੇ ਹੈਗੇ ਨੇ, ਮਹੱਲੇ ਹਰ ਜਗ੍ਹਾ ਤੇ ਲੋਕ, ਇਹਦੇ ਤੋਂ ਪਹਿਲੇ ਵੀ ਜਿਹੜੇ ਹੈਗੇ ਨੇ ਸਾਡੇ, ਉਹ ਵੀ ਆਪਣੇ ਅਜ਼ੀਜ਼ ਹੈਗੇ ਨੇ, ਉਹਨਾਂ ਦੀ ਵੀ ਮੈਂ ਸੁਲ੍ਹਾ ਕਰਵਾਈ ਹੈਗੀ ਹੈ। ਜਿਹੜੇ ਇੱਥੇ 8 ਕਤਲ ਹੋਏ ਪੁਲਿਸ ਕਸਟਡੀ ਦੇ ਵਿੱਚ, ਸ਼ਬਾਜ਼ ਸ਼ਰੀਫ ਵੀ ਇੱਥੇ ਆਏਗਾ ਸੀ। ਹਾਂਜੀ ਹਾਂਜੀ, ਮੀਰ ਮੁਹੰਮਦ ਦੇ ਵਿੱਚ। ਹਾਂਜੀ, ਮੇਨ ਗਰੁੱਪ ਉਹ ਸੀ, ਮੇਨ ਗਰੁੱਪ ਇਹ ਸੀ ਜਿਨ੍ਹਾਂ ਦੀ ਉਹਨੇ ਸੁਲ੍ਹਾ ਨਾ ਕਰਾਈ। ਦੋਨੋਂ ਸੁਲ੍ਹਾਵਾਂ ਤੁਸੀਂ ਕਰਾਈਆਂ। ਦੁਸ਼ਮਣੀ ਦੇ ਵਿੱਚ ਬੰਦੇ ਗਰੁੱਪ ਇਨਵਾਲਵ ਸਨ, ਔਰ ਇੱਥੇ ਬੰਦੇ ਇਸ ਤਰ੍ਹਾਂ ਕਤਲ ਹੁੰਦੇ ਰਹੇ, ਜਿਵੇਂ ਗਾਜਰ ਮੂਲੀ ਨੂੰ ਵੜਦੇ ਹੋ, ਕੱਟਦੇ ਹੈਗੇ, ਇਸ ਤਰ੍ਹਾਂ ਬੰਦੇ ਜਾਂਦੇ ਰਹੇ ਗਏ ਨੇ। ਪਤਾ ਲੱਗਦਾ ਸੀ ਕਿ 5 ਉੱਥੇ ਮਰੇ ਪੈ ਗਏ ਨੇ, ਫਿਰ ਪਤਾ ਲੱਗਦਾ ਕਿ 5 ਉੱਥੇ ਮਰੇ ਪੈ ਗਏ ਨੇ। ਇਸ ਤੋਂ ਬਾਅਦ ਕਿਹੜੀ ਜਿਹੜੀ ਸਾਈਡ ਨਿਊਜ਼ ਹੋ ਸਕਦੀ ਹੈ? ਬਸ ਇਹੀ ਤੁਹਾਡੇ ਫਿਰ ਦਿਮਾਗ 'ਚ ਆਇਆ, ਫਿਰ ਤੁਸੀਂ एफर्ट्स की और अल्लाह ने कामयाब किया। बिल्कुल जी। नाजरीन, ये हमारे साथ मलक मंजूर भट्टी साहब मौजूद थे, जिन्होंने एक हीरो का किरदार अदा किया है। वो हीरो ही होता है जो मुआशरे से बुराइयों को ख़त्म करने की कोशिश करता है, लोगों के लिए आसानियाँ पैदा करता है। तो हम एक दूसरे के लिए आसानियाँ पैदा करने के लिए इस दुनिया में आए हैं। तो अल्लाह पाक भी उस इंसान से राज़ी होता है, उस शख्स से खुश होता है जो लोगों के लिए काम करता है। दुश्मनी की आग में जलने और खुद को मनवाने के लिए तुले हुए इन दो खानदानों ने क्या खोया क्या पाया, ये आप इस प्रोग्राम में जान चुके हैं। किस तरह से अजियत भरी जिंदगी गुजारी, किस तरह से अपने बच्चों को तालीम से महरूम किया, किस तरह से अपनी जायदादें ज़मीनें गंवा दी, और किस तरह से कितनी बेवाएं हो गईं और कितने बच्चे यतीम हो गए, कई माओं के लाल चले गए। आखिर इस दुश्मनी से कुछ भी हासिल नहीं हुआ। तो अपने इर्द गिर्द अमन व अमान का माहौल कायम करें, अपने में कुव्वते बर्दाश्त पैदा करें, बर्दाश्त करें बातों को, ताकि इन जैसा आपका नुकसान ना हो सके। अपने इर्द गिर्द होने वाले जुर्म को फौरी 15 पर रिपोर्ट कीजिए। अपने मेज़बान सलमान कुरैशी को इजाज़त दीजिए। अल्लाह ने के बाद।